हो रही समूह गुरु की संगत जी। आओ गुरु की बख्शिश गुरफतेह विच सांझ पाओ। रसना सफलाओ बुलंद आवाज विच बुलाओ जी। वाहिगुरु जी का खालसा वाहिगुरु जी की फतेह। सतगुरां दी महान बख्शिश सदका सतगुरां दे दर्शन गुरबाणी दे रस भुने शब्दां दे कीर्तन सोदर श्री रहरास साहिब जी के जाप ਅਤੇ ਸ਼੍ਰੀ ਮੁਖਵਾਕ ਸ਼੍ਰਵਣ ਕਰਕੇ ਆਪ ਸੰਗਤ ਨੇ ਲਾਭ ਖੱਟਿਆ ਹੈ, ਲਾਹਾ ਪ੍ਰਾਪਤ ਕੀਤਾ ਹੈ। ਚੱਲ ਰਹੀ ਗੁਰ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਦਾ ਸਮਾਂ। ਸੋ ਆਓ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਦੀ ਆਰੰਭਤਾ ਤੋਂ ਪਹਿਲਾਂ ਕੱਲ ਵਿਚਾਰੇ ਜਾ ਚੁੱਕੇ ਪ੍ਰਸੰਗ ਨੂੰ ਸੰਖੇਪ ਮਾਤਰ ਦੁਹਰਾਈਏ ਤਾਂ ਕਿ ਲੜੀ ਜੁੜ ਜਾਵੇ ਔਰ ਅੱਗੇ ਆ ਰਿਹਾ ਪ੍ਰਸੰਗ ਸੁਖਾਲਾ ਸਮਝ ਪੈ ਜਾਵੇ। ਸੋ ਸਾਵਧਾਨ ਹੋਈਏ, ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰੀਏ ਤੇ ਸਤਿਗੁਰਾਂ ਦੇ ਪਾਵਨ ਕੌਤਕਾਂ ਵਿੱਚ ਧਿਆਨ ਜੋੜੀਏ। ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਜਦੋਂ ਤੋਂ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਨੂੰ ਇਹ ਪਾਵਨ ਬਚਨ ਕੀਤਾ ਕਿ ਜੇ ਵੱਡਾ ਖੁੱਲ੍ਹਾ ਜਾਮਾ ਪਾਉਣਾ ਹੈ ਨਾ, 100 ਪੱਲਿਆਂ ਵਾਲਾ ਚੋਲਾ ਪਾਉਂਦੇ ਸਨ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ। ਬੜਾ ਖੁੱਲ੍ਹਾ ਜਾਮਾ ਬਣ ਜਾਂਦਾ ਸੀ। ਗਰੀਬ ਨਵਾਜ ਨੇ ਬਚਨ ਕੀਤਾ ਜੇ ਖੁੱਲ੍ਹਾ ਜਾਮਾ ਪਹਿਨਣਾ ਹੈ ਤੇ ਉਹਨੂੰ ਸੰਭਾਲ ਕੇ ਵੀ ਚੱਲਣਾ ਚਾਹੀਦਾ ਹੈ। ਸੋ ਗਰੀਬ ਨਵਾਜ ਨੇ ਤਮਾਮ ਉਮਰ ਇਹ ਪ੍ਰਣ ਨਿਭਾਇਆ। ਹਮੇਸ਼ਾ 100 ਪੱਲਿਆਂ ਵਾਲਾ ਹੀ ਚੋਲਾ ਪਾਉਂਦੇ ਔਰ ਆਪਣੇ ਦੋਵਾਂ ਹੱਥਾਂ ਦੇ ਨਾਲ ਚੱਲਦੇ ਵਕਤ ਉਸ ਨੂੰ ਸੰਕੋਚ ਕਰਕੇ ਸਕੋੜ ਕਰਕੇ ਬੜੀ ਸਾਵਧਾਨੀ ਦੇ ਨਾਲ ਤੁਰਦੇ ਸਨ ਗਰੀਬ ਨਵਾਜ ਸੱਚੇ ਪਾਤਸ਼ਾਹ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਗੁਰੂ ਹਰਿਰਾਏ ਸਾਹਿਬ ਨੂੰ ਇਉਂ ਆਪਣੇ ਹੁਕਮ ਦੇ ਵਿੱਚ ਵੇਖਿਆ ਹੈ। ਬੜੀ ਪ੍ਰਸੰਨਤਾ ਕਰਦੇ ਹੈ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨਾਂ ਲਈ ਗੁਰੂ ਹਰਿਰਾਏ ਸਾਹਿਬ ਜੀ ਸਮੇਂ-ਸਮੇਂ ਪੁੱਜਦੇ ਰਹਿੰਦੇ ਹੈ। ਸੋਹਣੇ ਕੋਮਲ ਮਿੱਠੇ ਬਚਨਾਂ ਦੀ ਸਾਂਝ ਪਾਉਂਦੇ ਹਨ। ਸਾਰੀ ਸੰਗਤ ਨੂੰ, ਵੱਡੇ ਵੱਡੇ ਮੁਖੀ ਮਸੰਦਾਂ ਨੂੰ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਨੇ ਗੁਰੂ ਹਰਿਰਾਏ ਸਾਹਿਬ ਜੀ ਦੇ ਨਾਲ ਮਿਲਵਾਇਆ। ਇੱਧਰ ਬਾਬਾ ਸੂਰਜਮੱਲ ਜੀ ਜਿਹੜੇ ਬਾਬਾ ਗੁਰਦਿੱਤਾ ਸਾਹਿਬ ਜੀ ਦੇ ਸੱਚਖੰਡ ਸਮਾਉਣ ਤੋਂ ਬਾਅਦ ਗੁਰੂ ਘਰ ਦੀ ਸਾਰੀ ਕਾਰ ਸੰਭਾਲਦੇ ਸੀ, ਉਹ ਸਾਰੀ ਕਾਰ ਭਾਲ ਬਾਬਾ ਸੂਰਜਮੱਲ ਜੀ ਨੇ ਸੰਭਾਲੀ ਹੋਈ ਹੈ। ਵੱਡੇ ਵੱਡੇ ਮਸੰਦਾਂ ਦੇ ਨਾਲ ਮੇਲ ਜੋਲ ਲੈਣ ਦੇਣ, ਗੁਰੂ ਘਰ ਦੇ ਲੰਗਰ ਦਾ ਖਰਚ ਤੇ ਆਦਿਕ ਸਭ ਪ੍ਰੇਮ ਨਾਲ ਨਿਰਵਾਹ ਕਰਦੇ ਹੈ। ਜਦੋਂ ਬਾਬਾ ਸੂਰਜਮੱਲ ਜੀ ਨੇ ਦੇਖਿਆ ਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਦੇ ਉੱਪਰ ਅਤਿਅੰਤ ਪ੍ਰਸੰਨ ਹੈ, ਰੀਝੇ ਹੋਏ ਹੈ, ਗੁਰਤਾ ਗੱਦੀ ਦੀ ਦਾਤ ਗੁਰੂ ਹਰਿਰਾਏ ਸਾਹਿਬ ਜੀ ਦੀ ਝੋਲੀ ਪਾ ਦੇਣਗੇ, ਤਾਂ ਇਹ ਗੱਲ ਵੇਖ ਕੇ ਇਹਨਾਂ ਨੇ ਮਾਤਾ ਮਰਵਾਹੀ ਜੀ ਦੇ ਪਾਸ ਦੱਸੀ। ਮਾਤਾ ਨਾਨਕੀ ਜੀ ਨੂੰ ਵੀ ਇਸ ਗੱਲ ਦੀ ਖਬਰ ਪਹੁੰਚੀ। ਗੁਰੂ ਕੇ ਦੋਹੇ ਮਹਿਲ ਹਿਰਦੇ ਵਿੱਚ ਚਿੰਤਤ ਹੋਏ ਕਿ ਆਪਣੇ ਪੁੱਤਰਾਂ ਦੇ ਹੁੰਦਿਆਂ ਬਾਬਾ ਸੂਰਜਮੱਲ, ਬਾਬਾ ਅਣੀ ਰਾਏ, ਗੁਰੂ ਤੇਗ ਬਹਾਦਰ ਸਾਹਿਬ, ਇਹਨਾਂ ਦੇ ਹੁੰਦਿਆਂ ਹੋਇਆਂ ਇਹਨਾਂ ਦਾ ਤਿਆਗ ਕਰਕੇ ਸਿੱਧੀ ਪੋਤਰੇ ਨੂੰ ਗੁਰਤਾ ਗੱਦੀ ਦੇਣੀ, ਆਪਣੀ ਜਗ੍ਹਾ 'ਤੇ ਸੁਭਾਇਮਾਨ ਕਰਵਾਉਣਾ, ਇਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਕੀ ਮਰਜ਼ੀ ਹੋਈ, ਇਹ ਕੀ ਕੌਤਕ ਹੋਇਆ। ਮਾਤਾ ਮਰਵਾਹੀ ਜੀ ਸੋਚਦੇ ਆ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪ੍ਰਥਾਏ ਕਿ ਬਾਬਾ ਸੂਰਜਮੱਲ ਜੀ ਸਾਰੀ ਕਾਰ ਭਾਰ ਸੰਭਾਲਦੇ ਹੈ,
ਸਾਰੇ ਮਸੰਦਾਂ ਦੇ ਨਾਲ ਉਹਨਾਂ ਦਾ ਮੇਲ ਮਿਲਾਪ ਹੈ, ਹਰੇਕ ਤਰੀਕੇ ਦੇ ਨਾਲ ਜ਼ਿੰਮੇਵਾਰ ਹੈ, ਸਤਿਗੁਰਾਂ ਦੀ ਆਗਿਆ ਵਿੱਚ ਰਹਿਣ ਵਾਲੇ ਹੈ। ਜਿੱਥੇ ਗਰੀਬ ਨਵਾਜ਼ ਹੁਕਮ ਕਰਦੇ ਹਨ ਉੱਥੇ ਖਲੋਤੇ ਰਹਿੰਦੇ ਹਨ। ਜੇ ਬਾਬਾ ਸੂਰਜਮੱਲ ਜੀ ਨੂੰ ਉਹ ਹਿਰਦੇ ਵਿੱਚ ਨਹੀਂ ਲਿਆਏ ਤਾਂ ਫਿਰ ਦੂਜੇ ਪੁੱਤਰਾਂ ਦੀ ਕੀ ਗੱਲ ਹੋਈ। ਇਉਂ ਹੀ ਮਾਤਾ ਨਾਨਕੀ ਜੀ ਵੀ ਦੁਚਿੱਤੀ ਦੇ ਵਿੱਚ ਹੈ ਕਿ ਮੇਰੇ ਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਦੇ ਪਰਥਾਏ ਬੜੇ ਸੋਹਣੇ ਸੋਹਣੇ ਬਚਨ ਇਹਨਾਂ ਨੇ ਆਪ ਵਿੱਚ ਸਾਡੀ ਅਗਲੀ ਜੋਤ ਦਾ ਵਾਰਿਸ ਪੁੱਤਰ ਪੈਦਾ ਹੋਏਗਾ, ਜਿਹੜਾ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਨਾਮ ਨੂੰ ਸੰਸਾਰ ਵਿੱਚ ਰੁਸ਼ਨਾ ਦੇਗਾ, ਜਿਹੜਾ ਪਾਪੀਆਂ ਦਾ ਵਿਨਾਸ਼ ਕਰੇਗਾ, ਸਾਡੀ ਨਿਆਈ ਭਾਰੀ ਜੰਗ ਲੜੇਗਾ। ਫਿਰ ਹੁਣ ਸ਼੍ਰੀ ਗੁਰੂ ਹਰਿਰਾਏ ਸਾਹਿਬ ਆਪਦੇ ਪੋਤਰੇ ਨੂੰ ਪੁੱਤਰਾਂ ਦਾ ਤਿਆਗ ਕਰਕੇ ਸਿੰਘਾਸਨ ਤੇ ਸੁਭਾਇਮਾਨ ਕਰਾਉਣ ਦਾ ਜੋ ਫੈਸਲਾ ਹੈ, ਪਤਾ ਨਹੀਂ ਕਿਹੜੇ ਕੌਤਕ ਦੇ ਅਧੀਨ ਹੈ। ਸੋ ਇਉਂ ਦੋਵੇਂ ਮਾਤਾਵਾਂ ਦੋਨਾਂ ਪੱਖਾਂ ਤੋਂ ਇਉਂ ਵਿਚਾਰਧਾਰੀ ਬੈਠੇ ਹੈ। ਇੱਕ ਦਿਨ ਗਰੀਬ ਨਵਾਜ਼ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਬੜੇ ਪ੍ਰਸੰਨ ਚਿੱਤ ਆਨੰਦ ਦੇ ਨਾਲ ਆਪਣੇ ਅੰਤਸ਼ਕਰਨ ਆਪਣੇ ਮਹਿਲਾਂ ਦੇ ਵਿੱਚ ਪ੍ਰਵੇਸ਼ ਕੀਤਾ ਹੈ। ਔਰ ਇਹ ਦੋਵੇਂ ਸਵਾਲ ਮਾਤਾ ਮਰਵਾਹੀ ਜੀ ਅਤੇ ਮਾਤਾ ਨਾਨਕੀ ਜੀ, ਇਹਨਾਂ ਦੋਵਾਂ ਦੇ ਹਿਰਦਿਆਂ ਵਿੱਚ ਕਿ ਪੁੱਤਰਾਂ ਨੂੰ ਤਿਆਗ ਕੇ ਪੋਤਰੇ ਨੂੰ ਕਿਉਂ ਗੁਰਤਾ ਗੱਦੀ ਦੇਣਾ ਚਾਹੁੰਦੇ ਹਨ। ਇਉਂ ਇਹ ਪ੍ਰਸ਼ਨ ਧਾਰੀ ਬੈਠੇ ਆ ਸਤਿਗੁਰਾਂ ਦੇ ਮਹਿਲ, ਅਤੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਆਪਣੇ ਮਹਿਲਾਂ ਵਿੱਚ ਪੁੱਜੇ। ਇੱਥੋਂ ਤੱਕ ਆਪਾਂ ਕੱਲ੍ਹ ਪ੍ਰਸੰਗ ਸ਼ਰਵਣ ਕੀਤਾ ਸੀ। ਅੱਗੇ ਜਿਸ ਤਰੀਕੇ ਦੇ ਨਾਲ ਗੁਰੂ ਇਤਿਹਾਸ ਦੀ ਪਾਵਨ ਪਵਿੱਤਰ ਪੰਕਤੀ ਪਾਵਨ ਪਵਿੱਤਰ ਇਤਿਹਾਸ ਦਾ ਪ੍ਰਸੰਗ ਆ ਰਿਹਾ ਹੈ, ਆਪ ਸੰਗਤਾਂ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਸ਼ਰਵਣ ਕਰੋ ਜੀ। ਵਾਹਿਗੁਰੂ ਸਾਹਿਬ ਜੀ, ਸ੍ਰੀ ਗੁਰੂ ਦਿੱਤਾ ਹੁਤੋ ਵਡੇਰੋ। ਇਉਂ ਮਾਤਾ ਜੀ ਆਪਣੇ ਹਿਰਦਿਆਂ ਦੇ ਵਿੱਚ ਦੋਵੇਂ ਮਾਤਾਵਾਂ ਨਿਜ ਸੁਤ ਹੇਤ ਕਹ ਹੈ ਮਰਵਾਹੀ। ਉਸ ਸਮੇਂ ਕਹਿਣ ਲੱਗੇ ਮਾਤਾ ਮਰਵਾਹੀ ਜੀ ਆਪਣੇ ਪੁੱਤਰ ਬਾਬਾ ਸੂਰਜਮੱਲ ਜੀ ਦੇ ਪਰਥਾਏ ਉਚਿਤ ਬਾਤ ਕੀਜਹਿ ਚਿਤ ਚਾਹੀ, ਕਿ ਸਤਿਗੁਰੂ ਜੀ ਜਿੱਦਾਂ ਤੁਹਾਡੇ ਹਿਰਦੇ ਨੂੰ ਉਚਿਤ ਲੱਗੇ, ਯੋਗ ਲੱਗੇ, ਮਨ ਦੀ ਮਰਜ਼ੀ ਹੋਵੇ, ਤੁਹਾਡੀ ਮੌਜ ਹੋਵੇ, ਉਸੇ ਤਰੀਕੇ ਨਾਲ ਹੀ ਕਰਨਾ ਜੀ। ਸੂਰਜਮੱਲ ਵਡਿਆਈ ਜੋਗਾ। ਪਰ ਬਾਬਾ ਸੂਰਜਮੱਲ ਜੀ ਆਪ ਜੀ ਦੇ ਸਾਹਿਬਜ਼ਾਦੇ ਜਿਹੜੇ ਵੱਡੇ ਹੈ, ਉਹ ਸਾਰਿਆਂ ਤਰੀਕਿਆਂ ਦੇ ਨਾਲ ਵਡਿਆਈ ਦੇ ਯੋਗ ਹੈ, ਸਾਰੇ ਗੁਣਾਂ ਦੇ ਸਮੇਤ ਹਨ। ਵੱਡਾ ਪੁੱਤਰ ਇਹੋ ਸਮਰਥ ਸੰਜੋਗਾ। ਵੱਡਾ ਹੈ ਉਮਰ ਦੇ ਵਿੱਚ ਸਭ ਦੇ ਨਾਲੋਂ, ਸ੍ਰੇਸ਼ਟ ਮੱਤ ਦੇ ਅਧੀਨ ਵੀ ਹੈ, ਸੂਝਵਾਨ ਵੀ ਹੈ। ਸ੍ਰੀ ਗੁਰੂ ਦਿੱਤਾ ਹੁਤੋ ਵਡੇਰੋ। ਬਾਬਾ ਗੁਰਦਿੱਤਾ ਸਾਹਿਬ ਜੀ ਤੁਹਾਡੇ ਵੱਡੇ ਸੁਪੁੱਤਰ ਸਨ ਉਮਰ ਦੇ ਵਿੱਚ ਸਾਰਿਆਂ ਨਾਲੋਂ। ਗੁਰਤਾ ਉਚਿਤ ਸਭਨ ਸੁਬਹੇਰੋ। ਔਰ ਸਾਰਿਆਂ ਨੇ ਵੇਖਿਆ ਸੀ, ਉਹਨਾਂ ਨੂੰ ਪਰਖਿਆ ਸੀ ਹਰੇਕ ਤਰੀਕੇ ਦੇ ਨਾਲ, ਉਹ ਗੁਰਤਾ ਗੱਦੀ ਦੇ ਯੋਗ ਸਨ। ਸਾਰਾ ਉਹਨਾਂ ਦੇ ਵਿੱਚ ਸ਼ੁਭ ਆਚਰਣ, ਉੱਤਮ ਆਚਰਣ, ਸਾਰੇ ਸ਼ੁਭ ਗੁਣ ਸੀ। ਪ੍ਰਾਣਯੰਤ ਔਚਕ ਤਿਨਹੁ ਬਾ। ਉਹਨਾਂ ਦੇ ਪ੍ਰਾਣਾਂ ਦਾ ਅੰਤ ਅਚਾਨਕ ਹੋ ਗਿਆ, ਉਹ ਸੱਚਖੰਡ ਜਾ ਬਿਰਾਜੇ। ਧੀਰਜ ਅਚਰਜ ਨਰ ਗਨ ਜੋਗਾ। ਸਾਰੇ ਮਨੁੱਖਾਂ ਦੇ ਹਿਰਦਿਆਂ ਦੇ ਵਿੱਚ ਬੜੀ ਭਾਰੀ ਹੈਰਾਨੀ ਹੋਈ ਹੈ ਇਸ ਗੱਲ ਨੂੰ ਲੈ ਕਰਕੇ। ਆਪ ਸੂਰਜਮੱਲ ਸਮਰਥ ਬਿਲੰਦ। ਹੁਣ ਮਹਾਰਾਜ ਸਾਹਿਬ ਜੀ ਬਾਬਾ ਸੂਰਜਮੱਲ ਜੀ ਬਹੁਤ ਭਾਰੀ ਸਮੱਤ ਦੇ ਸਮੇਤ ਹੈ, ਸਾਰੇ ਗੁਣਾਂ ਦੇ ਸਮੇਤ ਹੈ, ਯੋਗ ਹਨ। ਆਪ ਕੋ ਧੀਰਜ ਨੰਦ। ਔਰ ਆਪ ਜੀ ਦੇ ਸਾਰੇ ਸੁਪੁੱਤਰਾਂ ਦੇ ਵਿੱਚੋਂ ਉਮਰ ਦੇ ਵਿੱਚ ਵੱਡੇ ਵੀ ਹੈ। ਇਸਕੇ ਹੋਤ ਪਰ ਨਹਿ ਲਾਇਕ। ਬਾਬਾ ਸੂਰਜਮੱਲ ਜੀ ਦੇ ਹੁੰਦਿਆਂ ਹੋਇਆਂ ਹੋਰ ਦੂਜਾ ਕੌਣ ਹੈ ਜਿਹੜਾ ਗੁਰਤਾ ਗੱਦੀ ਦੇ ਲਾਇਕ ਹੈ ਜੀ। ਬਣੋ ਆਪ ਵਡਿਆਈ ਲਾਇਕ। ਇਸ ਕਰਕੇ ਆਪ ਜੀ ਕਿਰਪਾ ਕਰੋ, ਜਿਹੜਾ ਜੋ ਯੋਗ ਹੈ ਵਡਿਆਈ ਦੇ, ਜਿਹਦੇ ਵਿੱਚ ਗੁਣ ਹੈ, ਸੋ ਉਸੇ ਨੂੰ ਹੀ ਇਹ ਵਡਿਆਈ ਨਵਾਜ ਕੇ ਗੁਰਤਾ ਗੱਦੀ ਬਖਸ਼ਿਸ਼ ਕਰਕੇ ਨਿਹਾਲ ਕਰੋ ਜੀ। ਜਿਸ ਪੁੱਤਰ ਗ੍ਰੰਥ ਲੈ ਰਾਖਾ। ਬਾਬਾ ਗੁਰਦਿੱਤਾ ਸਾਹਿਬ ਜੀ ਦੇ ਵੱਡੇ ਸੁਪੁੱਤਰ ਨੇ
ਭਾਵ ਧੀਰ ਮੱਲ ਨੇ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਲਿਖਵਾਇਆ ਹੋਇਆ ਸਰੂਪ ਹੈ ਉਹ ਲੈ ਕਰਕੇ ਆਪਣੇ ਪਾਸ ਰੱਖ ਲਿਆ ਕਰਤਾਰਪੁਰ ਸਾਹਿਬ ਨਗਰ ਵਿੱਚ। ਮੈਂ ਹਉ ਗੁਰ ਸੰਗਤ ਮਹਿ ਭਾਖਾ। ਔਰ ਉਸ ਗ੍ਰੰਥ ਉਸ ਸਰੂਪ ਦੇ ਆਸਰੇ ਮੈਂ ਗੁਰੂ ਆ ਇਉਂ ਸੰਗਤ ਦੇ ਵਿੱਚ ਉਸਨੇ ਪ੍ਰਚਾਰ ਕੀਤਾ ਹੈ ਜੀ। ਕਪਟ ਆਪ ਤੇ ਕਰਤ ਹੈ ਰਹਿਓ। ਔਰ ਆਪ ਜੀ ਦੇ ਨਾਲ ਵੀ ਉਸਨੇ ਪਹਾੜੀ ਕਪਟ ਕੀਤਾ, ਛਲ ਕੀਤਾ ਹੈ। ਤੁਮ ਅਧੀਨ ਹਵੈ ਨਹਿ ਬਦ ਲਹਿਓ। ਉਹ ਤੁਹਾਡੇ ਅਧੀਨ ਹੋ ਕੇ ਨਹੀਂ ਚੱਲਿਆ, ਤੁਹਾਡੇ ਹੁਕਮ ਦੇ ਵਿੱਚ ਨਹੀਂ ਵਰਤਿਆ। ਅੰਸ਼ ਗੁਰੂ ਅੰਗਦ ਕੀ ਜੋਏ। ਇਸੇ ਤਰੀਕੇ ਨਾਲ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਜਿਹੜੀ ਸ਼ੁਭ ਅੰਸ਼ ਹੈ ਆਵਤਾ ਹੁਤੇ ਆਪ ਢਿਗ ਸੂਏ। ਉਹ ਬਾਬਾ ਗੁਰਦਿੱਤਾ ਸਾਹਿਬ ਜੀ ਦੇ ਸੱਚਖੰਡ ਜਾਣ ਦਾ ਅਫਸੋਸ ਕਰਨ ਦੇ ਲਈ ਆਪ ਜੀ ਦੇ ਪਾਸ ਆ ਰਹੇ ਸਨ। ਬਾਬਾ ਦਾਤੂ ਜੀ ਦੇ ਸੁਪੁੱਤਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਵਾਹਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੇ ਪੋਤਰੇ ਕਰ ਸਨਮਾਨ ਕਪਟ ਕੋ ਧਾਰ। ਪਰ ਧੀਰ ਮੱਲ ਨੇ ਕਪਟ ਕੀਤੀ, ਛਲ ਧਾਰ ਕੇ ਉਹਨਾਂ ਦਾ ਸਨਮਾਨ ਕਰ ਕਰਕੇ ਉਹਨਾਂ ਨੂੰ ਭਰਮਾ ਕਰਕੇ ਕਰਿਓ ਸਥਾਪਨ ਤੇ ਸੋ ਕਿਆਰ। ਉਸ ਦੇ ਨਾਲ ਅਤਿਅੰਤ ਆਪਣਾ ਸਨੇਹ ਇਸਨੇ ਪਾਲਿਆ, ਪਿਆਰ ਉਸ ਦੇ ਨਾਲ ਇਸਨੇ ਆਪਣਾ ਸਥਿਤ ਕਰ ਲਿਆ ਹੈ। ਰਾਵਰ ਢਿਗ ਲੈ ਆਪਨ ਦੀਨ। ਇਉਂ ਭਰਮਾ ਕਰਕੇ ਧੀਰ ਮੱਲ ਨੇ ਗੁਰੂ ਅਮਰਦਾਸ ਸਾਹਿਬ ਜੀ ਦੀ ਸ਼ੁਭ ਅੰਸ਼ ਬੰਸ ਨੂੰ ਆਪ ਜੀ ਦੇ ਪਾਸ ਨਹੀਂ ਪਹੁੰਚਣ ਦਿੱਤਾ। ਇਸ ਜਗ੍ਹਾ ਉੱਪਰ ਰਾਖਿਓ ਆਪਣੇ ਨਿਕਟ ਪਰਬੀਨ। ਔਰ ਇਸ ਸਿਆਣੇ ਨੇ ਬੜੀ ਚਲਾਕੀ ਦੇ ਨਾਲ ਉਸ ਨੂੰ ਆਪਣੇ ਪਾਸ ਹੀ ਰੱਖ ਲਿਆ ਜੀ। ਸੰਗਤ ਮਹਿ ਕਹਿਵਾਵਨ ਕਾਰਨ। ਕਾਹਦੇ ਵਾਸਤੇ ਰੱਖਿਆ ਵੀ ਮੈਂ ਸੰਗਤ ਦੇ ਵਿੱਚ ਕਹਵਾਵਾਂਗਾ ਗੁਰੂ ਅਮਰਦਾਸ ਸਾਹਿਬ ਜੀ ਦੀ ਸ਼ੁਭ ਅੰਸ਼ ਪਾਸੋਂ ਧੀਰ ਮਲ ਗੁਰ ਕਹਿ ਉਚਾਰਨ। ਕਿ ਧੀਰ ਮੱਲ ਹੀ ਅਗਲਾ ਗੁਰੂ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਬਾਅਦਾਂ ਬਾਬਾ ਗੁਰਦਿੱਤਾ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਦਾ ਕਰਕੇ ਇਹ ਧੀਰ ਮੱਲ ਦੇ ਮਨ ਦਾ ਕਪਟ ਹੈ ਵੀ ਮੈਂ ਗੁਰੂ ਅਮਰਦਾਸ ਸਾਹਿਬ ਜੀ ਦੀ ਸ਼ੁਭ ਅੰਸ਼ ਬੰਸ ਤੋਂ ਕਹਿਵਾ ਕਰਕੇ ਤੇ ਫਿਰ ਮੈਂ ਗੁਰੂ ਬਣ ਕੇ ਬੈਠ ਜਾਵਾਂ। ਇਹ ਕਹਿਵਾਉਣਾ ਇਹ ਚਲਾਕੀਆਂ ਹੁੰਦੀਆਂ, ਛਲ ਕਪਟ ਹੁੰਦੇ ਆ, ਪਰ ਕਿੰਨਾ ਕੁ ਚਿਰ ਚੱਲਣਗੇ। ਗਰੀਬ ਨਵਾਜ ਸੱਚੇ ਪਾਤਸ਼ਾਹ ਦੇ ਦਰ ਘਰ ਦੀ ਮਰਿਆਦਾ ਬੁਨਿਆਦ ਸੱਚ ਤੇ ਹੈ ਔਰ ਅਸੱਤ ਦੇ ਨਾਲ ਇਸ ਰੁਤਬੇ ਨੂੰ ਕੋਈ ਵੀ ਪ੍ਰਾਪਤ ਨਹੀਂ ਕਰ ਸਕਦਾ। ਛਲ ਕਪਟ ਦੇ ਨਾਲ ਕੋਈ ਪ੍ਰਾਪਤ ਨਹੀਂ ਕਰ ਸਕਦਾ। ਜਿਵੇਂ ਪ੍ਰਿਥੀ ਚੰਦ ਨੇ ਲੱਖ ਕੋਸ਼ਿਸ਼ਾਂ ਕੀਤੀਆਂ ਸਨ ਪਰ ਕਰ ਨਹੀਂ ਸੀ ਸਕਿਆ। ਮੈਂ ਅੱਗੇ ਵੀ ਇੱਕ ਦਿਨ ਬੇਨਤੀ ਕੀਤੀ ਸੀ, ਬਾਬਾ ਸ਼੍ਰੀ ਚੰਦ ਸਾਹਿਬ ਸੀ, ਚਾਹੇ ਬਾਬਾ ਲਖਮੀ ਦਾਸ ਸੀ, ਚਾਹੇ ਬਾਬਾ ਦਾਤੂ ਜੀ ਦਾਸੂ ਜੀ ਸੀ, ਚਾਹੇ ਬਾਬਾ ਮੋਹਨ ਜੀ, ਬਾਬਾ ਮੋਹਰੀ ਜੀ ਸੀ, ਪਰ ਇਹਨਾਂ ਨੇ ਗੁਰੂ ਕੇ ਸੁਪੁੱਤਰਾਂ ਨੇ ਕੋਈ ਕਪਟ ਨਹੀਂ ਸੀ ਕੀਤਾ ਗੁਰਤਾ ਗੱਦੀ ਹਥਿਆਉਣ ਵਾਸਤੇ ਵੀ ਅਸੀਂ ਧੱਕੇ ਦੇ ਨਾਲ ਗੁਰਤਾ ਗੱਦੀ ਪ੍ਰਾਪਤ ਕਰ ਲਈਏ। ਹਾਂ, ਵਿਰੋਧ ਜ਼ਰੂਰ ਕੀਤਾ ਗੁਰੂ ਅੰਗਦ ਦੇਵ ਸਾਹਿਬ ਦਾ, ਬਾਬਾ ਸ਼੍ਰੀ ਚੰਦ ਸਾਹਿਬ ਨੇ ਥੋੜ੍ਹਾ ਸਮਾਂ, ਫਿਰ ਬਾਬਾ ਦਾਤੂ ਜੀ ਨੇ ਵੀ ਕੀਤਾ ਗੁਰੂ ਅਮਰਦਾਸ ਸਾਹਿਬ ਜੀ ਦਾ ਵਿਰੋਧ, ਬਾਬਾ ਮੋਹਨ ਜੀ ਨੇ ਵੀ ਕੀਤਾ ਗੁਰੂ ਰਾਮਦਾਸ ਸਾਹਿਬ ਜੀ ਦਾ ਵਿਰੋਧ ਵੀ ਸਾਡੇ ਘਰ ਦੀ ਵਸਤਾ ਹੈ। ਪਰ ਇਹ ਝਗੜਾ ਕਪਟ ਤੱਕ ਨਹੀਂ ਸੀ ਪਹੁੰਚਿਆ, ਛਲ ਤੱਕ ਨਹੀਂ ਸੀ ਪਹੁੰਚਿਆ। ਇਸ ਨੂੰ ਛਲ ਦਾ ਰੂਪ, ਕਪਟ ਦਾ ਰੂਪ, ਵਿਉਂਤਬੰਦੀ ਦਾ ਰੂਪ ਪ੍ਰਿਥੀ ਚੰਦ ਨੇ ਦਿੱਤਾ ਵੀ ਮੈਂ ਕਿਸੇ ਵੀ ਤਰੀਕੇ ਗੁਰਤਾ ਗੱਦੀ ਦੇ ਸਿੰਘਾਸਨ ਤੇ ਸੁਭਾਇਮਾਨ ਹੋ ਜਾਵਾਂ। ਬਸ ਮੈਨੂੰ ਕਿਸੇ ਵੀ ਤਰੀਕੇ ਛਲ ਕਪਟ ਹੇਰ ਫੇਰ ਜਿਸ ਵੀ ਤਰੀਕੇ ਹੋ ਸਕੇ ਮੈਨੂੰ ਗੁਰੂ ਰਾਮਦਾਸ ਸਾਹਿਬ ਜੀ ਦੀ ਜਗ੍ਹਾ ਪ੍ਰਾਪਤ ਹੋ ਜਾਵੇ। ਇਸੇ ਕਰਕੇ ਪ੍ਰਿਥੀ ਚੰਦ ਨੂੰ ਫਿਰ ਪੰਥ ਦੇ ਵਿੱਚੋਂ ਛੇਕਿਆ ਗਿਆ, ਦੇ ਨਾਲ ਮਿਲਾਪ ਬੰਦ ਕੀਤਾ ਗਿਆ। ਹੁਣ ਉਸੇ ਰਸਤੇ ਦੇ ਉੱਪਰ ਛਲ ਕਪਟ ਦੇ ਨਾਲ ਮੈਂ ਆਪਣੇ ਆਪ ਨੂੰ ਗੁਰੂ ਸਾਬਤ ਕਰਾਂ। ਜੋ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਅਸਲੀ ਜੋਤ ਹੈ ਉਹਦੇ ਨਾਲੋਂ ਭਾਰੀ ਪੂਜਾ ਤੇ ਪ੍ਰਤਿਸ਼ਠਾ ਮੇਰੀ ਹੋ ਜਾਵੇ। ਇਹ ਇਸ ਮੋਹ ਲਾਲਚ ਦੇ ਵਿੱਚ ਫਸਿਆ ਹੋਇਆ ਇਉਂ ਬਣਾਉਂਦਾ ਫਿਰਦਾ ਕਿ ਕਿਸੇ ਦੇ ਆਖਣ ਦੇ ਨਾਲ ਸਾਬਤ ਹੋ ਜਾਵੇ ਵੀ ਮੈਂ ਅਗਲਾ ਗੁਰੂ ਹਾਂ। ਇਤਿਆਦਿਕ ਛਲ ਵਾਲਾ ਬਹੁਤ ਹੈ।
ਇਤਿਆਦਿਕ ਬਹੁਤ ਸਾਰੇ ਛਲ ਤੇ ਬਹੁਤ ਸਾਰਾ ਬਲ ਜੋਰ ਵੀ ਲਾਉਂਦਾ ਹੈ ਧੀਰਮਲ ਸਤਿਗੁਰੂ ਜੀ। ਸੰਗਤ ਤੇ ਪੁਜਵਾਵਨ ਕਰੈ, ਔਰ ਕੁਝ ਸੰਗਤਾਂ ਤੋਂ ਆਪਣੇ ਆਪ ਨੂੰ ਭਜਵਾਉਣਾ ਵੀ ਕਰਦਾ, ਕੁਝ ਸੰਗਤਾਂ ਇਸ ਨੂੰ ਪੂਜਦੀਆਂ ਵੀ ਹਨ ਜੀ। ਪਾਸ ਗ੍ਰੰਥ ਤੇ ਜਾਨੀ ਪਰ ਹੈ, ਕਿਉਂਕਿ ਇਸ ਦੇ ਪਾਸ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਲਿਖਵਾਇਆ ਹੋਇਆ ਸ਼ੁਭ ਗ੍ਰੰਥ ਸ਼ੁਭ ਬੀੜ ਇਸ ਦੇ ਪਾਸ ਹੈ ਇਸ ਸਮੇਂ। ਬਹੁ ਧਨ ਪੂਜਾ ਕੋ ਤਹ ਚਰ ਹੈ, ਉਸ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਬਹੁਤ ਧਨ ਸਿੱਖ ਸੰਗਤਾਂ ਦਾ ਚੜਾਵੇ ਦੇ ਵਜੋਂ ਚੜ੍ਹਦਾ ਹੈ। ਜਿਮ ਆਪਨ ਕਰ ਲੀਨ ਗੁਜ਼ਾਰਾ, ਇਸ ਤਰੀਕੇ ਦੇ ਨਾਲ ਉਸਨੇ ਆਪਣਾ ਗੁਜ਼ਾਰਾ ਚਲਾ ਲਿਆ ਹੈ ਸਤਿਗੁਰੂ ਸੱਚੇ ਪਾਤਸ਼ਾਹ। ਮਰੀ ਅਸ਼ਤ ਰਹਿਓ ਹੋਏ ਨਿਆਰਾ, ਔਰ ਤੁਹਾਡੇ ਤੋਂ ਵੱਖਰਾ ਹੋ ਕਰਕੇ ਇਸ ਤਰੀਕੇ ਦੇ ਨਾਲ ਉਹ ਪਖੰਡ ਪਸਾਰ ਕਰਕੇ ਬੈਠਾ ਹੈ ਜੀ। ਪੁੱਤਰਾ ਅਲਪ ਹੈ ਹਰ ਰਾਏ, ਔਰ ਫਿਰ ਤੁਹਾਡਾ ਛੋਟਾ ਪੁੱਤਰਾ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਜੀ, ਉਹ ਉਸੇ ਬਾਬਾ ਗੁਰਦਿੱਤਾ ਸਾਹਿਬ ਜੀ ਦੇ ਸੁਪੁੱਤਰ ਹੈ, ਧੀਰਮਲ ਦੇ ਛੋਟੇ ਭਰਾ ਹਨ। ਲਗ ਬੈ ਸਮਰੱਥ ਬਿਨਾ ਲਖਾਏ, ਔਰ ਇਹਨਾਂ ਦੀ ਉਮਰ ਛੋਟੀ ਹੈ, ਘੱਟ ਹੈ, ਆਯੂ ਸਰੀਰਕ ਅਵਸਥਾ ਅਸਮਰੱਥਾ ਵਾਲੀ ਜਾਪਦੀ ਹੈ। ਸਰੀਰਕ ਅਵਸਥਾ ਦੀ ਗੱਲ ਹੈ ਇੱਥੇ, ਅਧਿਆਤਮਕ ਅਵਸਥਾ ਦੀ ਗੱਲ ਨਹੀਂ ਹੈ। ਬਿਨਾ ਸਰੀਰ ਦੇ ਵਿੱਚ ਸਮਰੱਥਾ ਬਲ ਤਾਣ ਓਨਾ ਨਹੀਂ ਜਾਪਦਾ, ਪਕਿਆਈ ਨਹੀਂ ਓਨੀ ਜਾਪਦੀ, ਕਿਉਂਕਿ ਆਯੂ ਬਹੁਤ ਛੋਟੀ ਹੈ ਆਪ ਜੀ ਦੇ ਛੋਟੇ ਪੋਤਰੇ ਦੀ। ਸੋ ਤੁਮ ਪਾਸ ਰਹਿਓ ਤਿਹ ਧਰਕੈ, ਉਹ ਤੁਹਾਡੇ ਪਾਸ ਤੁਹਾਡੇ ਨਾਲ ਪ੍ਰੇਮ ਧਾਰਨ ਕਰਕੇ ਰਹਿ ਰਿਹਾ ਹੈ ਜੀ। ਨਿਜ ਭਾਰਤਾ ਕੋ ਸੰਗ ਪਰ ਹਰਕੈ, ਉਸਨੇ ਆਪਣੇ ਭਰਾ ਦਾ ਸਾਥ ਛੱਡ ਦਿੱਤਾ ਜਿਹੜਾ ਤੁਹਾਡੇ ਤੋਂ ਵਿਰੋਧ ਵਿੱਚ ਹੋ ਗਿਆ ਸੀ। ਇਸ ਦਿਨ ਸੰਗਤ ਰਾਵਰ ਕੇਰੀ, ਫਿਰ ਰਾਤ ਦਿਨ ਉਹ ਤੁਹਾਡੀ ਸੰਗਤ ਦੇ ਵਿੱਚ ਰਹਿੰਦਾ ਹੈ। ਕਰਤ ਰਹਿਤ ਸੁਭ ਰੁਖ ਕੋ ਹੇਰੀ, ਆਪ ਜੀ ਦੇ ਚੰਗੇ ਸੁਭਾਅ ਨੂੰ ਵੇਖ ਕੇ ਹਰ ਸਮੇਂ ਆਪ ਜੀ ਦੇ ਪਾਸ ਹੀ ਸੁਭਾਇਮਾਨ ਰਹਿੰਦਾ ਹੈ ਜੀ। ਇਸ ਪਰ ਆਪ ਪ੍ਰਸੰਨਤਾ ਧਾਰਤ, ਇਸ ਕਰਕੇ ਤੁਸੀਂ ਆਪਣੇ ਉਸ ਪੋਤਰੇ ਦੇ ਉੱਪਰ ਖੁਸ਼ੀ ਕੀਤੀ ਹੈ, ਪ੍ਰਸੰਨਤਾ ਧਾਰੀ ਹੈ। ਕੀਰਤ ਸਗਲੇ ਲੋਕ ਉਚਾਰਤ, ਤੁਹਾਡੀ ਉਹਨਾਂ ਦੇ ਉੱਪਰ ਪ੍ਰਸੰਨਤਾ ਨੂੰ ਵੇਖ ਕਰਕੇ ਸਾਰੇ ਲੋਕ ਇਸ ਤਰੀਕੇ ਨਾਲ ਕਹਿੰਦੇ ਹਨ ਗੁਰਤਾ ਗੱਦੀ ਦੇਹ ਬਿਠਾਏ, ਕਿ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਹਰਿਰਾਏ ਸਾਹਿਬ ਜੀ ਨੂੰ ਹੀ ਗੁਰਤਾ ਗੱਦੀ ਦੇ ਉੱਪਰ ਸੁਭਾਇਮਾਨ ਕਰਵਾ ਦੇਣਗੇ। ਸਭ ਤੇ ਹਰੀ ਰਾਏ ਵਡਿਆਏ, ਔਰ ਆਪਣੇ ਸਾਰੇ ਪੁੱਤਰਾਂ ਦੇ ਨਾਲੋਂ ਪੋਤਰਿਆਂ ਵਿੱਚੋਂ ਗੁਰੂ ਹਰਿਰਾਏ ਸਾਹਿਬ ਜੀ ਨੂੰ ਭਾਰੀ ਵਡਿਆਈ ਦੇਣਗੇ ਗੁਰੂ ਹਰਗੋਬਿੰਦ ਸਾਹਿਬ ਜੀ। ਸੁਨ ਸੁਨ ਚਿੱਤ ਮੈਂ ਹਵੈ ਦੁਜਤਾਈ, ਇਸ ਬਚਨਾਂ ਨੂੰ ਸੁਣ ਸੁਣ ਕਰਕੇ ਮੇਰੇ ਮਨ ਦੇ ਵਿੱਚ ਦੁਬਿਧਾ ਖੜੀ ਹੁੰਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਇਹ ਬੇਨਤੀ ਕੀਤੀ ਆਪਣੇ ਪਤੀ ਸਤਿਗੁਰੂ ਦੇ ਸਨਮੁਖ ਮਾਤਾ ਮਰਵਾਹੀ ਨੇ, ਮਾਮ ਸੁਤ ਸਭ ਲਾਇਕ ਬਨ ਆਈ, ਕਿਉਂਕਿ ਮੇਰਾ ਪੁੱਤਰ ਸੂਰਜ ਮਲ ਸਾਰਿਆਂ ਤਰੀਕਿਆਂ ਦੇ ਨਾਲ ਜੋਗ ਹੈ ਤੇ ਬਣ ਆਉਂਦੀ ਹੈ, ਉਹਨਾਂ ਨੂੰ ਇਹ ਵਡਿਆਈ ਪ੍ਰਾਪਤ ਹੋਵੇ। ਗਾਦੀ ਉਚਤ ਲੈਨ ਕੇ ਇਹ ਯੋਗ ਹੈ ਤੁਹਾਡੀ ਜਗ੍ਹਾ ਦੇ ਉੱਪਰ ਸੁਭਾਇਮਾਨ ਕਰਾਉਣ ਦੇ। ਸੁਤ ਤਾਜ ਕੇ ਮਾਂ ਪੋਤਰੇ ਕੋ ਦੇਹਾ, ਇਹ ਕਿਸ ਤਰੀਕੇ ਦੇ ਨਾਲ ਤੁਸੀਂ ਆਪਣੇ ਪੁੱਤਰਾਂ ਨੂੰ ਤਿਆਗ ਕਰਕੇ ਆਪਣੇ ਪੋਤਰੇ ਤੇ ਬਖਸ਼ਿਸ਼ ਕਰ ਰਹੇ ਹੋ। ਭੁਜ ਮਨ ਸੰਸੈ ਹੋਤ ਦਸਾਲਾ, ਮੇਰੇ ਮਨ ਦੇ ਵਿੱਚ ਤੇ ਬੜਾ ਭਾਰੀ ਸੰਸ਼ੇ ਸ਼ੰਕਾ ਪੈਦਾ ਹੁੰਦਾ ਹੈ, ਭਰਮ ਪੈਦਾ ਹੁੰਦਾ ਹੈ ਜੀ। ਜਾਤੀ ਬੂਝਤ ਹੋ ਇਸ ਕਾਲਾ, ਇਸ ਕਰਕੇ ਮੈਂ ਆਪ ਜੀ ਨੂੰ ਪ੍ਰੇਮ ਕਰਕੇ ਪ੍ਰੇਮ ਦੇ ਨਾਲ ਇਹ ਗੱਲ ਪੁੱਛ ਰਹੀ ਹਾਂ। ਇਤਿਆਦਿਕ ਮਰਵਾਹੀ ਬੈਨ, ਇਤਿਆਦਿਕ ਜਿਹੜੇ ਬਚਨ ਸਨ ਇਹ ਮਾਤਾ ਮਰਵਾਹੀ ਜੀ ਨੇ ਕੀਤੇ। ਸੁਨ ਸਤਿਗੁਰ ਉਰ ਕਰਨਾ ਐਨ, ਜਦੋਂ ਮਾਤਾ ਮਰਵਾਹੀ ਜੀ ਦੇ ਐਸੇ ਬਚਨ ਸੁਣ ਕਰਕੇ ਕਿਰਪਾ ਦੇ ਘਰ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਹਿਰਦੇ ਤੋਂ ਕਾਹਿਓ ਨਾ ਚਿੰਤਾ ਕੀਜੈ ਕੋਈ, ਸੱਚੇ ਪਾਤਸ਼ਾਹ ਕਹਿਣ ਲੱਗੇ ਤੁਸੀਂ ਫਿਕਰ ਨਾ ਧਾਰੋ ਆਪਣੇ ਹਿਰਦੇ ਵਿੱਚ ਕਿਸੇ ਪ੍ਰਕਾਰ ਦਾ, ਚਿੰਤਾ ਨੂੰ ਥਾਂ ਨਾ ਦਿਓ ਆਪਣੇ ਮਨ ਵਿੱਚ ਕਿਸੇ ਪ੍ਰਕਾਰ ਦੀ। ਗੁਰੂ ਸਤਨ ਕੋ ਕਮੀ ਨਾ ਹੋਈ, ਸਤਿਗੁਰਾਂ ਦੇ ਸਾਹਿਬਜ਼ਾਦਿਆਂ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਕਮੀ ਨਹੀਂ ਹੋ ਸਕਦੀ ਹੈ। ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਬਾਬਾ ਸ਼੍ਰੀ ਚੰਦ ਸਾਹਿਬ ਜੀ ਨੂੰ ਜੋਤੀ ਜੋਤ ਸਮਾਉਣ ਲੱਗਿਆ ਇਹ ਬਚਨ ਕੀਤੇ ਸੀ
ਬਾਬਾ ਸ਼੍ਰੀ ਚੰਦ ਸਾਹਿਬ ਨੇ ਪ੍ਰੇਮ ਨਾਲ ਬੇਨਤੀ ਕੀਤੀ ਸੀ, ਮਹਾਰਾਜ ਸੱਚੇ ਪਾਤਸ਼ਾਹ ਬੇਸ਼ੱਕ ਭੁੱਲੇ ਰਹੇ ਸਾਰੀ ਜ਼ਿੰਦਗੀ, ਆਪ ਜੀ ਨੂੰ ਕਰਤਾ ਪੁਰਖ ਅਸੀਂ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਵਾਂਗੂ ਜਾਣ ਕੇ ਨਹੀਂ ਸੇਵ ਸਕੇ। ਤੁਹਾਡੇ ਨਾਲ ਉਹ ਹਿੱਤ ਉਹ ਪ੍ਰੇਮ ਅਸੀਂ ਨਹੀਂ ਨਿਭਾ ਸਕੇ ਜਿਹੜਾ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਨਿਭਾਇਆ। ਪਰ ਗਰੀਬ ਨਵਾਜ, ਤੁਹਾਡਾ ਤੇ ਸਾਡਾ ਪਿਤਾ ਪੁੱਤਰ ਦਾ ਰਿਸ਼ਤਾ ਤੇ ਹੈ ਹੀ ਹੈ। ਇਹ ਜਗਤ ਦੇ ਕਰਤੇ ਸਾਨੂੰ ਵਡਿਆਈ ਨਹੀਂ ਪ੍ਰਾਪਤ ਹੋਈ। ਗੁਰੂ ਅੰਗਦ ਦੇਵ ਸਾਹਿਬ ਜੀ ਦੇ ਸ਼ੁਭ ਸੀਸ ਤੇ ਹੱਥ ਰੱਖ ਦਿੱਤਾ ਹੈ, ਉਹਨਾਂ ਦੇ ਸੀਸ ਤੇ ਛਤਰ ਚੜਾ ਦਿੱਤਾ ਹੈ। ਤੁਹਾਡੇ ਤੋਂ ਮਗਰੋਂ ਸਾਡਾ ਕੀ ਹੋਊਗਾ? ਸਾਡਾ ਸਹਾਇਕ ਕੌਣ ਹੋਇਆ? ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਵਚਨ ਕੀਤਾ ਸੀ, ਤੁਸੀਂ ਗੁਰੂ ਕੇ ਅੰਸ਼ ਹੋ। ਨਾ ਤੇ ਧਨ ਪਦਾਰਥ ਦੀ ਕੋਈ ਕਮੀ ਆ ਸਕੇਗੀ ਤੁਹਾਨੂੰ ਕਦੇ ਕੋਈ, ਤੇ ਰਹਿੰਦੀ ਦੁਨੀਆ ਤੱਕ ਤੁਹਾਡੀ ਪੂਜਾ ਹੋਏਗੀ। ਲੋਕ ਤੁਹਾਨੂੰ ਝੁਕਦੇ ਰਹਿਣਗੇ, ਤੁਹਾਡਾ ਸਤਿਕਾਰ ਕਰਦੇ ਰਹਿਣਗੇ। ਲੋਕ ਤੁਹਾਡੇ ਕੌਤਕਾਂ ਨੂੰ ਨਮਨ ਕਰਨਗੇ, ਕੌਤਕਾਂ ਨੂੰ। ਇਹ ਬਚਨ ਹੋਇਆ ਸਾਡਾ, ਤੁਸੀਂ ਸਾਡੇ ਅੰਸ਼ ਹੋ, ਪੂਜਣ ਯੋਗ ਹੋ ਤੇ ਸਦਾ ਪੂਜੇ ਜਾਓਗੇ, ਕੋਈ ਦੋ ਰਾਵਾਂ ਨਹੀਂ। ਜੈਸੀ ਭਾਵਨਾ ਲੋਕ ਸਾਡੇ ਵਿੱਚ ਧਾਰਦੇ ਸੀ ਤੁਹਾਡੇ ਵਿੱਚ ਵੀ ਧਾਰਨਗੇ। ਜਿਵੇਂ ਸਾਡੇ ਹਜ਼ੂਰੋਂ ਅਰਦਾਸਾਂ ਪੂਰਤੀਆਂ ਹੁੰਦੀਆਂ ਰਹੀਆਂ, ਮਨੋਰਥਾਂ ਦੀਆਂ ਪੂਰਤੀਆਂ ਹੁੰਦੀਆਂ ਰਹੀਆਂ, ਤੁਹਾਡੇ ਹਜ਼ੂਰੋਂ ਵੀ ਹੋਇਆ ਕਰਨਗੀਆਂ। ਔਰ ਕਿਸੇ ਵੀ ਪ੍ਰਕਾਰ ਦੀ ਕੋਈ ਤੋਟ ਨਹੀਂ ਆਉਣੀ ਤੁਹਾਡੇ ਜੀਵਨ ਵਿੱਚ। ਇਸ ਲਈ ਹੌਸਲਾ ਧਾਰੋ। ਇਹ ਬਚਨ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਪਾਵਨ ਬੋਲ ਹੌਸਲੇ ਦੇ ਮਾਤਾ ਮਰਵਾਹੀ ਜੀ ਨੂੰ ਕਰ ਰਹੇ ਆ, ਜਿਨ੍ਹਾਂ ਨੂੰ ਗੁਰੂਆਂ ਦੇ ਆਪ ਦੇ ਬਚਨ ਹੈ, ਸਾਧ ਸੰਗਤ ਜੀ ਉਹਨਾਂ ਦੇ ਸਤਿਕਾਰ ਦੇ ਵਿੱਚ ਕੌਣ ਫਰਕ ਪਾ ਸਕਦਾ ਹੈ? ਭੁੱਲ ਗਈ ਹੈ ਦੁਨੀਆ ਗੁਰੂ ਕੇ ਸਾਹਿਬਜ਼ਾਦਿਆਂ ਦਾ ਸਤਿਕਾਰ ਕਰਨਾ। ਗਰੀਬ ਨਵਾਜ ਸਮੱਤ ਬਖਸ਼ਣ ਉਹਨਾਂ ਲੋਕਾਂ ਨੂੰ ਜਿਹੜੇ ਗੁਰੂ ਕੇ ਜੋਗ ਸਾਹਿਬਜ਼ਾਦਿਆਂ ਨੂੰ ਅਜੋਗ ਬਚਨ ਕਰਦੇ ਆ, ਮੰਦੇ ਬਚਨ ਬੋਲਦੇ ਆ। ਸਭ ਜਗ ਸਿੱਖ ਸੰਗਤ ਸੁਖ ਪਾਵੈ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਸਾਰਾ ਸੰਸਾਰ, ਸਾਰੀ ਸਿੱਖ ਸੰਗਤ ਸੁਖ ਪ੍ਰਾਪਤ ਕਰੇਗੀ ਸਾਡੇ ਸਾਹਿਬਜ਼ਾਦਿਆਂ ਦੇ ਪਾਸੋਂ। ਗੁਰ ਕੀ ਕਾਰ ਇਨਹੁ ਅਰ ਪਾਵੈ। ਔਰ ਗੁਰੂ ਘਰ ਦੀ ਕਾਰ ਜਿਹੜੀ ਸਦਾ ਇਹਨਾਂ ਨੂੰ ਹੀ ਅਰਪਣ ਹੁੰਦੀ ਰਹੇਗੀ। ਹਰ ਜੋ ਚਾਹਤ ਅਦਕ ਵਡਿਆਈ। ਔਰ ਫਿਰ ਜੋ ਜਿਹੜੀ ਇਹਨਾਂ ਨੂੰ ਅਦਕ ਵਡਿਆਈ ਦੀ ਲਾਲਸਾ ਹੈ ਆਪਣੇ ਹਿਰਦੇ ਵਿੱਚ, ਪੂਰਬ ਕੀ ਹੋਏ ਜਾਹੇ ਕਮਾਈ। ਇਹ ਵਡਿਆਈ ਉਹਨਾਂ ਨੂੰ ਮਿਲਦੀ ਹੈ ਜਿਨ੍ਹਾਂ ਦੀ ਪੂਰਬਲੀ ਕਮਾਈ ਹੁੰਦੀ ਹੈ। ਭਾਵ ਗੁਰਤਾ ਗੱਦੀ ਦੀ ਬਖਸ਼ਿਸ਼ ਦੀ ਪ੍ਰਾਪਤੀ ਪਹਿਲਾਂ ਤੋਂ ਲਿਖੀ ਹੋਈ ਹੈ, ਮੁਕਰਰ ਹੈ। ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਨੂੰ ਮਿਲਣੀ ਨਿਸ਼ਚਿਤ ਹੈ। ਜਿਵੇਂ ਬਾਬਾ ਸ਼੍ਰੀ ਚੰਦ ਜੀ ਦੇ ਜੋਗ ਹੁੰਦਿਆਂ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਪ੍ਰਾਪਤ ਹੋਣੀ ਨਿਸ਼ਚਿਤ ਸੀ। ਬਾਬਾ ਦਾਤੂ ਜੀ ਦੇ ਜੋਗ ਹੁੰਦਿਆਂ ਗੁਰੂ ਅਮਰਦਾਸ ਸਾਹਿਬ ਜੀ ਨੂੰ ਮਿਲਣੀ ਨਿਸ਼ਚਿਤ ਸੀ। ਬਾਬਾ ਮੋਹਨ ਜੀ ਦੇ ਜੋਗ ਹੁੰਦਿਆਂ ਗੁਰੂ ਰਾਮਦਾਸ ਸਾਹਿਬ ਜੀ ਨੂੰ ਇਹ ਗੁਰਤਾ ਗੱਦੀ ਦਾ ਤਖਤ ਪ੍ਰਾਪਤ ਹੋਣਾ ਨਿਸ਼ਚਿਤ ਸੀ ਧੁਰ ਦਰਗਾਹੋਂ। ਇਸੇ ਤਰੀਕੇ ਬਾਬਾ ਸੂਰਜਮਲ ਜੀ, ਬਾਬਾ ਅਣੀ ਰਾਏ ਜੀ, ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਹੁੰਦਿਆਂ, ਵੱਡੇ ਹੁੰਦਿਆਂ, ਇਹ ਗੁਰਤਾ ਗੱਦੀ ਦੀ ਵਡਿਆਈ ਗੁਰੂ ਹਰਿਰਾਏ ਸਾਹਿਬ ਜੀ ਨੂੰ ਬੇਸ਼ੱਕ ਉਮਰ ਛੋਟੀ ਹੈ, ਸਰੀਰ ਦੁਨਿਆਵੀ ਤੌਰ ਤੇ ਬੇਸ਼ੱਕ ਅਜੇ ਪੂਰੇ ਤਰੀਕੇ ਦੇ ਨਾਲ ਪੱਕਿਆ ਨਹੀਂ, ਪਕਿਆਈ ਵਿੱਚ ਨਹੀਂ, ਕੋਮਲ ਹੈ, ਪਰ ਫਿਰ ਵੀ ਗੁਰਤਾ ਗੱਦੀ ਦੀ ਪ੍ਰਾਪਤੀ ਗੁਰੂ ਹਰਿਰਾਏ ਸਾਹਿਬ ਨੂੰ ਹੀ ਹੋਣੀ ਹੈ, ਕਿਉਂਕਿ ਇਹ ਧੁਰ ਦਰਗਾਹੋਂ ਲਿਖੀ ਹੋਈ ਹੈ। ਇਹ ਪੂਰਬਲੀ ਕਮਾਈ ਹੈ ਉਹਨਾਂ ਦੀ। ਉਚਿਤ ਜੋ ਸ੍ਰੀ ਨਾਨਕ ਮਸਨੰਦ। ਜਿਹੜਾ ਉਚਿਤ ਹੁੰਦਾ ਹੈ ਗਰੀਬ ਨਵਾਜ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਦਇਆ ਦ੍ਰਿਸ਼ਟੀ ਦਾ ਪਾਤਰ ਹੁੰਦਾ ਹੈ। ਬੈਠੋ ਭਾਗ ਬਿਲੰਦ। ਉਹੋ ਹੀ ਇਸ ਗੁਰਤਾ ਗੱਦੀ ਦੇ ਉੱਪਰ ਬੈਠੇਗਾ ਜਿਹਦੇ ਬਹੁਤ ਭਾਰੀ ਭਾਗ ਹੋਣਗੇ, ਵੱਡੇ ਭਾਗ ਹੋਣਗੇ। ਇਹ ਕਿਸਹੂ ਕੇ ਕਰ ਮਹਿ ਨਾਹੀ। ਇਹ ਕਿਸੇ ਦੇ ਹੱਥ ਵਿੱਚ ਨਹੀਂ ਹੈ ਗੁਰਤਾ ਗੱਦੀ ਦਾ ਸਿੰਘਾਸਨ। ਹਰੀ ਜਤਨ ਨਹਿ ਪ੍ਰਾਪਤ ਪਾਵੈ।
ਮਰਵਾਹੀ। ਜੇ ਕੋਈ ਆਪਣੇ ਉਦਮ ਦੇ ਨਾਲ ਜਾਂ ਆਪਣੇ ਯਤਨ ਦੇ ਨਾਲ ਪ੍ਰਾਪਤ ਕਰਨਾ ਚਾਹਵੇ ਤੇ ਇੱਥੇ ਕਿਸੇ ਨੂੰ ਨਹੀਂ ਪ੍ਰਾਪਤ ਹੋ ਸਕਦੀ ਇਹ ਪਾਵਨ ਦਾਤ। ਇਹ ਸਿੰਘਾਸਨ ਤੇ ਬਹੁਤ ਵੱਡਾ ਹੈ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੀ ਤੇ ਜੇ ਬਾਣੀ ਪੜ੍ਹੀ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਾਰ-ਵਾਰ ਸਮਝਾਇਆ, ਨਾ ਕੋ ਸੁਗਰ ਨਹੀਂ ਕੋ ਮੂਰਾ। ਇੱਥੇ ਨਾ ਕੋਈ ਸਿਆਣਾ ਨਾ ਕੋਈ ਮੂਰਖ ਹੈ। ਸਿਆਣਾ ਬਣ ਕੇ ਕਦੇ ਕੋਈ ਕਿਸੇ ਨੇ ਪ੍ਰਾਪਤੀ ਕੀਤੀ? ਇੱਥੇ ਬੜੇ ਵੱਡੇ ਸਿਆਣੇ ਤੁਰੇ ਫਿਰਦੇ ਆ, ਫਕੀਰਾਂ ਵਾਂਗੂ ਰੂੜੀਆਂ ਤੇ ਸੌਂ ਕੇ ਗੁਜ਼ਾਰੇ ਕਰਨੇ ਪੈਂਦੇ ਆ। ਬੜੇ ਚਤਰ ਚਲਾਕ ਬੁੱਧੀ ਤੀਕਸ਼ਣ ਦੇ ਮਾਲਕ, ਕੋਈ ਉਹਨਾਂ ਦੀ ਕਿਰਤ ਫਲਦੀ ਨਹੀਂ। ਤੇ ਵੱਡੇ ਮੂਰਖ ਹੈ ਇੱਥੇ ਜਿਹੜੇ ਹੈਲੀਕਾਪਟਰਾਂ ਤੇ ਆਨੰਦ ਲੈਂਦੇ ਫਿਰਦੇ ਆ। ਇਹ ਤੇ ਵਾਹਿਗੁਰੂ ਹੀ ਜਾਣਦਾ ਵੀ ਕੀ ਖੇਡਾਂ ਹੈ ਉਹਦੀਆਂ। ਹਾਂ ਠੀਕ ਹੈ, ਪੁਰਸ਼ਾਰਥ ਨਾ ਤਿਆਗਣ ਦਾ ਹੁਕਮ ਜ਼ਰੂਰ ਹੈ। ਉਦਮ ਤੇ ਪੁਰਸ਼ਾਰਥ ਤਿਆਗਣਾ ਨਹੀਂ ਸਿੱਖਣੇ ਕਦੇ ਵੀ, ਪਰ ਦਾਤਾਂ ਸਭ ਵਾਹਿਗੁਰੂ ਦੇ ਹੱਥ ਦੇ ਵਿੱਚ ਹੀ ਹੈ। ਦਾਤਾ ਦਾਤ ਰੱਖੀ ਹੱਥ ਆਪਣਾ, ਜੈ ਭਾਵੈ ਤੈ ਦੇ। ਜਿਹੜਾ ਚੰਗਾ ਲੱਗਦਾ ਉਹਨੂੰ, ਜਿਹਦੇ ਕਰਮ ਭਾਉਂਦੇ ਆ, ਜਿਹਦੇ ਤੇ ਮਿਹਰ ਹੁੰਦੇ ਆ, ਦਇਆ ਦ੍ਰਿਸ਼ਟੀ ਹੁੰਦੇ, ਉਹਨੂੰ ਬਖਸ਼ਿਸ਼ ਕਰ ਦਿੰਦਾ। ਹਾਂ ਗੁਰੂ ਸਮਰੱਥ ਜ਼ਰੂਰ ਹੈ, ਪ੍ਰਾਰਬਧ ਮਿਟਾ ਵੀ ਸਕਦਾ, ਪ੍ਰਾਰਬਧ ਬਣਾ ਵੀ ਸਕਦਾ। ਇਹ ਗੁਰੂ ਦੀ ਮਰਜ਼ੀ ਹੈ, ਕਿਉਂਕਿ ਰੀਤੇ ਭਰੇ ਸਖਣਾਵੈ ਯਹ ਤਾਕੋ ਬਵਹਾਰੈ। ਉਹਦਾ ਤੇ ਕਾਰਜ ਹੀ ਹੈ ਭਰਿਆਂ ਨੂੰ ਖਾਲੀ ਕਰ ਦੇਣਾ ਤੇ ਖਾਲੀਆਂ ਨੂੰ ਭਰ ਦੇਣਾ। ਇਹ ਹੇਰ ਫੇਰ, ਇਹ ਉਲਟ ਪੁਲਟ ਨਾ ਬਣਨ ਯੋਗ ਕਾਰਜ ਵੀ ਬਣਾ ਦੇਣੇ, ਤੇ ਜਿਹੜੇ ਬਣੇ ਹੋਏ ਹੋਣ ਉਹ ਵੀ ਉੱਥੇ ਹੀ ਖਲਿਆਰ ਦੇਣੇ ਜਾਂ ਸ਼ੂਨਿਆ ਕਰ ਦੇਣੇ, ਜ਼ੀਰੋ ਕਰ ਦੇਣੇ। ਇਹ ਉਹਦੀਆਂ ਖੇਡਾਂ ਨੂੰ ਉਹੀ ਜਾਣਦਾ, ਪਤਾ ਨਹੀਂ ਕਿਹੜੀ ਨਜ਼ਰ ਕਿੱਧਰ ਨੂੰ ਹੋ ਜਾਵੇ। ਸੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਇਸ ਕਰਕੇ ਇਹ ਧੁਰ ਦਰਗਾਹ ਤੋਂ ਲਿਖੀ ਹੋਈ ਇਹ ਪੂਰਬਲੀ ਕਮਾਈ ਦੀ ਪ੍ਰਾਪਤੀ ਨਾਲ ਹੋਣ ਵਾਲੀ ਦਾਤ ਆ। ਆਪਦੀ ਸਿਆਣਪ ਦੇ ਨਾਲ ਜਾਂ ਆਪਦੀ ਚਤੁਰਾਈ ਦੇ ਨਾਲ ਜਾਂ ਆਪਦੇ ਯਤਨ ਦੇ ਨਾਲ ਇਹ ਦਾਤ ਪ੍ਰਾਪਤ ਨਹੀਂ ਹੋ ਸਕਦੀ ਹੈ ਕਿਸੇ ਪ੍ਰਕਾਰ ਵੀ। ਪੁੱਤਰ ਆਦ ਸੰਬੰਧੀ ਸਾਰੇ, ਸਾਡੇ ਪੁੱਤਰ ਜਾਂ ਸੰਬੰਧੀ ਜਿੰਨੇ ਵੀ ਰਿਸ਼ਤੇਦਾਰ ਹਨ, ਹੋਏ ਸਖਾ ਸੇਵਕ ਔਰ ਪਿਆਰੇ, ਜਾਂ ਪਿਆਰੇ ਸਖੇ ਸਾਡੇ ਸੇਵਕ ਹੋਣ, ਨੇੜੇ ਤੋਂ ਨੇੜੇ, ਸਵਾਸਾਂ ਨਾਲੋਂ ਵੀ ਪਿਆਰੇ, ਜਿਨ੍ਹਾਂ ਨੇ ਬਹੁਤ ਭਾਰੀ ਸੇਵਾ ਕੀਤੀ ਹੋਵੇ। ਮੈਂ ਅੱਗੇ ਵੀ ਇੱਕ ਦਿਨ ਬੇਨਤੀ ਕੀਤੀ ਸੀ ਕਿ ਜੇ ਸੇਵਾ ਦੀ ਉਹ ਗੱਲ ਹੈ ਤੇ ਬਾਬਾ ਬੁੱਢਾ ਸਾਹਿਬ ਵਰਗੀ ਸੇਵਾ ਕਿਹਨੇ ਕਰ ਲੈਣੀ ਫਿਰ ਗੁਰੂ ਘਰ ਦੀ। ਪਰ ਬਾਬਾ ਬੁੱਢਾ ਸਾਹਿਬ ਜੀ ਨੂੰ ਫਿਰ ਇਹ ਦਾਤ ਕਿਉਂ ਨਾ ਪ੍ਰਾਪਤ ਹੋਈ ਜੇ ਸੇਵਾ ਦੇ ਨਾਲ ਹੀ ਪ੍ਰਾਪਤ ਹੋਣੀ ਸੀ। ਮੈਂ ਨਹੀਂ ਕਹਿੰਦਾ ਅਯੋਗ ਹੈ, ਨਹੀਂ, ਬਾਬਾ ਬੁੱਢਾ ਸਾਹਿਬ ਜੀ ਦੇ ਵਿੱਚ ਤੇ ਸਤਿਗੁਰਾਂ ਦੇ ਵਿੱਚ ਕੋਈ ਭੇਦ ਨਹੀਂ ਹੈ। ਹਰ ਜਨ ਦੋਇ ਏਕ ਹੈ, ਵਿਭ ਵਿਚਾਰ ਕਿਛ ਨਾਹੀ। ਬੇਸ਼ੱਕ ਇਸ ਗੱਲ ਦੇ ਵਿੱਚ ਕੋਈ ਦੋਰਾਵਾਂ ਨਹੀਂ ਵੀ ਉਹਨਾਂ ਵਿੱਚ ਕੋਈ ਭੇਦ ਨਹੀਂ। ਗੁਰੂ ਸਾਹਿਬਾਨ ਦੇ ਵਿੱਚ, ਬਾਬਾ ਬੁੱਢਾ ਸਾਹਿਬ ਦੇ ਵਿੱਚ ਜਿੱਡੀ ਭਾਰੀ ਉਹਨਾਂ ਨੇ ਸੇਵਾ ਕਮਾਈ। ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਮਿਲ ਕੇ ਉਹਨਾਂ ਨੇ ਸੇਵਾ ਕਮਾਈ। ਹਰੇਕ ਸਿੱਖਿਆ, ਹਰੇਕ ਪ੍ਰੀਖਿਆ ਉਹਨਾਂ ਨੇ ਪ੍ਰਾਪਤ ਕੀਤੀ, ਸਫਲ ਕੀਤੀ, ਪੂਰੀ ਕੀਤੀ। ਪਰ ਜਿੱਦਣ ਛਤਰ ਸਿਰ ਦੇ ਉੱਪਰ ਝੂਲਣਾ ਸੀ, ਉਦੋਂ ਹੀ ਬਾਬਾ ਬੁੱਢਾ ਸਾਹਿਬ ਜੀ ਕਿਉਂ ਡੋਲ ਗਏ। ਇਹ ਕੌਤਕ ਹੈ, ਸਮਝਣ ਦੀ ਲੋੜ ਹੈ ਇਹਨਾਂ ਖੇਡਾਂ ਨੂੰ। ਇਹ ਗੁਰੂ ਸਾਹਿਬ ਜੀ ਦੀਆਂ ਰਚਾਈਆਂ ਹੋਈਆਂ ਅਗੰਮੀ ਖੇਡਾਂ ਹੈ, ਜਿਨ੍ਹਾਂ ਨੂੰ ਅਸੀਂ ਇਹ ਦੁਨਿਆਵੀ ਦ੍ਰਿਸ਼ਟੀਕੋਣ ਨਾਲ ਇਹਨਾਂ ਅੱਖਾਂ ਨਾਲ ਨਹੀਂ ਪਰਖ ਸਕਦੇ, ਜਿਨ੍ਹਾਂ ਨੂੰ ਇਸ ਜ਼ੁਬਾਨ ਦੇ ਨਾਲ ਨਹੀਂ ਵਿਖਿਆਨ ਕਰ ਸਕਦੇ, ਜਿਨ੍ਹਾਂ ਨੂੰ ਇਸ ਕੰਨਾਂ ਦੇ ਨਾਲ ਸੁਣ ਕੇ ਸਮਝਣਾ ਆਪਣੀ ਤੁੱਛ ਬੁੱਧੀ ਦੇ ਨਾਲ ਬੜਾ ਕਠਿਨ ਹੈ। ਜਿੱਦਣ ਰਸ ਆਉਣ ਲੱਗ ਗਿਆ ਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨਾਂ ਦਾ, ਉਦਣ ਉਤਰਨ ਲੱਗ ਜੂ। ਅੱਖਰ ਵੇਖਦੇ ਆ, ਸਾਰ ਸਿੱਧਾ ਮਨ ਵਿੱਚ ਵਸੂ ਜਾ ਕੇ ਤੇ ਨਿਰਣਾ ਸਿੱਧਾ ਬੁੱਧੀ ਵਿੱਚ ਉਤਰ ਆਊਗਾ। ਜਿੱਦਣ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨਾਂ ਦਾ ਰਸ ਆਉਣ ਲੱਗ ਗਿਆ, ਜਿੱਦਣ ਹੱਥਾਂ ਨੂੰ ਜਿਵੇਂ ਸਪਰਸ਼ ਕਰਦੇ ਨਾ, ਕੋਮਲ ਸੇਜਾਂ ਨੂੰ ਸਪਰਸ਼ ਕਰੀਏ ਤੇ ਰਸ ਆਉਂਦਾ ਹੈ ਨਾ। ਠੰਡੀ ਹਵਾ, ਤੱਤੀ ਹਵਾ ਪਵੇ, ਸਿਆਲਾਂ ਵਿੱਚ ਗਰਮ ਹਵਾ ਪਵੇ, ਰਸ ਆਉਂਦਾ ਚਮੜੀ ਨੂੰ। ਗਰਮੀਆਂ 'ਚ ਠੰਡੀ ਹਵਾ ਲੱਗੇ, ਸੁੱਖ ਮਹਿਸੂਸ ਹੁੰਦਾ ਹੈ ਨਾ। ਜਿੱਦਣ ਕਿਤੇ ਹੱਥਾਂ ਪੈਰਾਂ ਨੂੰ ਗੁਰੂ ਘਰ ਆਉਂਦਿਆਂ ਸੇਵਾ ਕਰਦਿਆਂ ਇਹੋ ਜਿਹਾ ਰਸ ਸੁੱਖ ਮਹਿਸੂਸ ਹੋਣ ਲੱਗ ਗਿਆ ਨਾ, ਉਦਣ ਫਿਰ ਦਰਸ਼ਨ ਕਰਦਿਆਂ ਅੱਖਰ ਸਿੱਧੇ ਦਿਲ ਦੇ ਵਿੱਚ ਉਤਰਨਗੇ ਤੇ ਨਿਰਣਾ ਬਣ ਕੇ ਬੁੱਧੀ ਦੇ ਵਿੱਚ ਪ੍ਰਵੇਸ਼ ਕਰ ਜਾਣਗੇ ਵੀ ਕੀ ਹੋਇਆ ਤੇ ਕਿਉਂ ਹੋਇਆ। ਤੇ ਉਦਣ ਹੀ ਸਮਝਾਉਣ ਦੇ ਯੋਗ ਹੋਵਾਂਗੇ। ਉਹਨਾਂ ਚਿਰ ਤੇ ਆਪਾਂ ਪ੍ਰਯਤਨ ਕਰ ਸਕਦੇ ਹਾਂ ਬਸ, ਤੇ ਉਦਣ ਹੀ ਸਮਝਣ ਦੇ ਯੋਗ ਹੋਵਾਂਗੇ।
ਇਸੇ ਕਰਕੇ ਸਾਡੇ ਜਿਹੜੇ ਸਿਆਣੇ ਵੱਡੇ ਵਡੇਰੇ ਪ੍ਰਚਾਰਕ ਸੰਤ ਮਹਾਂਪੁਰਸ਼ ਸੀ, ਸੰਪਰਦਾਈ ਆਗੂ ਸੀ, ਉਹ ਤਰਕ ਨਹੀਂ ਸੀ ਕਰਦੇ। ਜਿੱਥੇ ਗੱਲ ਸਮਝ ਨਹੀਂ ਸੀ ਆਉਂਦੀ ਉੱਥੇ ਵਿਰਾਮ ਦੇ ਦਿੰਦੇ ਸੀ, ਬਸ ਛੱਡ ਦਿੰਦੇ ਸੀ। ਉੱਥੇ ਜਿੱਥੇ ਸਮਝ ਨਹੀਂ ਸੀ ਆਉਂਦੀ ਕਿਸੇ ਸਿਆਣੇ ਪਾਸੋਂ ਸਮਝਣ ਦੀ ਕੋਸ਼ਿਸ਼ ਕਰਦੇ ਸੀ, ਉਹ ਵਾਰ-ਵਾਰ ਪੜ੍ਹਦੇ ਸੀ, ਪਰ ਤਰਕ ਨਹੀਂ ਸੀ ਕਰਦੇ ਵੀ ਇਹ ਕਿਉਂ ਹੋਇਆ, ਇਹ ਨਹੀਂ ਸੀ ਹੋਣਾ ਚਾਹੀਦਾ। ਕਿਉਂਕਿ ਪਤਾ ਹੈ ਇੱਥੇ ਸਭ ਕੁਝ ਹੋ ਸਕਦਾ ਹੈ, ਤੇ ਜੇ ਹੋਇਆ ਤੇ ਇਹਦਾ ਕੋਈ ਕਾਰਨ ਹੈ। ਇਹ ਕੋਈ ਬ੍ਰਾਹਮਣਵਾਦ ਨਹੀਂ ਹੈ, ਇਹ ਸਾਡੇ ਮਨ ਦੇ ਭੁਲੇਖੇ ਹੈ। ਸੋ ਇਹੀ ਗੱਲ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਕੇ ਸਮਝਾ ਰਹੇ ਮਾਤਾ ਮਰਵਾਹੀ ਜੀ ਦੇ ਤਾਈਂ ਕਿ ਜੋ ਕੁਝ ਵਰਤ ਰਿਹਾ ਹੈ ਗੁਰੂ ਨਾਨਕ ਦੀ ਮਰਜ਼ੀ ਦੇ ਵਿੱਚ ਹੀ ਵਰਤ ਰਿਹਾ ਹੈ। ਕੋਈ ਸਾਡਾ ਪੁੱਤਰ ਹੋਵੇ, ਸਾਡਾ ਰਿਸ਼ਤੇਦਾਰ ਹੋਵੇ, ਸਾਡਾ ਸਖਾ ਅਤਿਅੰਤ ਪਿਆਰਾ ਕੋਈ ਸਿੱਖ ਹੋਵੇ ਸਾਡੇ ਹਿਰਦੇ ਤੋਂ, ਜਿਹਨੂੰ ਅਸੀਂ ਬਹੁਤ ਜ਼ਿਆਦਾ ਸਨੇਹ ਕਰਦੇ ਹੋਈਏ, ਜਨ ਕੋ ਪਾਵੈ ਸੋਈ, ਪਰ ਕਿਸੇ ਨੂੰ ਨਹੀਂ ਪ੍ਰਾਪਤ ਹੋ ਸਕਦੀ, ਉਹਨੂੰ ਪ੍ਰਾਪਤ ਹੋ ਸਕਦੀ ਹੈ ਜਿਹੜਾ ਹਿਰਦੇ ਦੇ ਵਿੱਚ ਅਜਰ ਨੂੰ ਜਰਨ ਦੀ ਸਮਰੱਥਾ ਰੱਖਦਾ ਹੋਵੇ। ਰੱਬ ਦੀ ਕਿਰਪਾ ਜਾਸ ਪਰ ਹੋਈ, ਇਹ ਗੁਰਤਾ ਗੱਦੀ ਦਾ ਸਿੰਘਾਸਨ ਉਹਨੂੰ ਪ੍ਰਾਪਤ ਹੁੰਦਾ ਹੈ ਜਿਸ ਤੇ ਉਸ ਮਾਲਕ ਦੀ ਕਿਰਪਾ ਹੁੰਦੀ ਹੈ, ਆਪਦੀ ਮਿਹਰ ਦੀ ਨਜ਼ਰ ਹੁੰਦੀ ਹੈ। ਛਲ ਬਲ ਆਦ ਸਮਤ ਬਹੁ ਕਰਨੀ, ਛਲ ਕਰਨਾ, ਬਲ ਧਾਰਨਾ, ਆਪਦੀ ਚਤੁਰਾਈ, ਆਪਦੀ ਮੱਤ ਵਰਤਣੀ, ਯਤਨ ਅਨੇਕਨ ਬਹੁ ਵਿਦ ਬਰਨੀ, ਅਨੇਕਾਂ ਤਰੀਕਿਆਂ ਦੇ ਯਤਨ ਕਰਨੇ, ਅਨੇਕਾਂ ਵਿਧੀਆਂ ਦਾ ਵਰਣਨ ਕਰਨਾ। ਇਹ ਵਿਸਨੂੰ ਕੇ ਹੱਥ ਨ ਆਵੈ, ਇਹ ਸਭ ਕੁਝ ਕਰਨ ਦੇ ਨਾਲ ਗੁਰਤਾ ਗੱਦੀ ਨਹੀਂ ਕਿਸੇ ਦੇ ਹੱਥ ਆ ਸਕਦੀ, ਕੋਈ ਧੱਕੇ ਨਾਲ ਗੁਰੂ ਨਹੀਂ ਬਣ ਸਕਦਾ। ਧੀਰਮਲ ਦੀ ਕਿਹੜੀ ਗੱਲ ਹੈ, ਕਰਹਿ ਖੋਟ ਜੋ ਦਸ ਫਲ ਪਾਵੈ, ਜਿਹੜਾ ਕੋਈ ਜਿਸ ਪ੍ਰਕਾਰ ਦੀ ਖੋਟ ਕਰੇਗਾ ਉਹਨੂੰ ਉਹੋ ਜਿਹਾ ਹੀ ਫਲ ਪ੍ਰਾਪਤ ਹੋਵੇਗਾ। ਕਹਿ ਕਹਿ ਪਾਤ ਬ੍ਰਤਾ ਸੁਦਾਰਾ, ਇਸ ਤਰੀਕੇ ਦੇ ਨਾਲ ਕਹਿ ਕਰਕੇ ਆਪਣੀ ਪਤਵੰਤੀ ਪਤੀਵ੍ਰਤਾ ਧਰਮ ਦੇ ਵਿੱਚ ਪਰਪੱਕ ਇਸਤਰੀ ਭਾਵ ਮਾਤਾ ਮਰਵਾਹੀ ਜੀ ਦੇ ਤਾਈਂ ਸਮਝਾਈ ਮ੍ਰਿਦਾ ਬਾਕ ਉਚਾਰਾ, ਕੋਮਲ ਬਚਨ ਉਚਾਰਨ ਕਰਕੇ ਸਮਝਾਇਆ ਆਪਣੇ ਮਹਿਲਾਂ ਨੂੰ ਸਤਿਗੁਰਾਂ ਨੇ ਇਸ ਪ੍ਰਕਾਰ ਦੇ ਨਾਲ। ਉਹ ਇੱਕ ਮਨਾ ਭਈ ਨਾ ਸੋਈ, ਪਰ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਖੇਡ ਸੀ ਗੁਰੂ ਸਾਹਿਬ ਜੀ ਦੀ, ਵੇਖੋ ਕੈਸੀ, ਫਿਰ ਵੀ ਮਾਤਾ ਮਰਵਾਹੀ ਜੀ ਦਾ ਮਨ ਸ਼ਾਂਤ ਨਾ ਹੋ ਸਕਿਆ। ਬੇਸ਼ੱਕ ਯਕੀਨ ਤੇ ਆਇਆ ਸਤਿਗੁਰਾਂ ਦੇ ਬਚਨਾਂ ਤੇ, ਕੁਝ ਸਮਝੇ ਜ਼ਰੂਰ, ਪਰ ਮਨ ਨੇ ਸਥਿਰਤਾ ਪ੍ਰਾਪਤ ਨਾ ਕੀਤੀ। ਸੋਤ ਦਿਸ ਤੇ ਚਿੰਤਾ ਚਿਤ ਕੋਈ, ਕਿਉਂਕਿ ਆਪਣੇ ਪੁੱਤਰਾਂ ਵਾਲੇ ਬੰਦੇ ਨੂੰ ਵੇਖ ਕੇ ਬਾਬਾ ਸੂਰਜਮਲ ਜੀ, ਬਾਬਾ ਆਣੀ ਰਾਏ ਜੀ ਦੇ ਵੱਲ ਨੂੰ ਵੇਖ ਕੇ ਚਿੰਤਾ ਵਿੱਚ ਡੁੱਬ ਗਏ ਹੋਤਰੀ ਸਕਲਾ ਵਸਤ ਕੋ ਲੇਤਾ, ਕਿ ਸਤਿਗੁਰਾਂ ਦੇ ਪੋਤਰੇ ਸਤਿਗੁਰਾਂ ਦੀਆਂ ਸਾਰੀਆਂ ਵਸਤੂਆਂ ਨੂੰ ਪ੍ਰਾਪਤ ਕਰ ਰਹੇ ਹਨ। ਸੁਤ ਬੈਠੇ ਕਹੋ ਕਯੋ ਨਹਿ ਦੇਤਾ, ਸਾਡੇ ਸੁਪੁੱਤਰ ਅਜੇ ਬੈਠੇ ਹੋਏ ਆ ਸਰੀਰ ਕਰਕੇ, ਫਿਰ ਪੁੱਤਰਾਂ ਦੇ ਉੱਪਰ ਮਿਹਰ ਕਿਉਂ ਨਹੀਂ ਕਰਦੇ। ਜਬ ਕਬ ਗੁਰ ਦਰਸ਼ਨ ਕੋ ਪਾਏ, ਜਦੋਂ ਕਦੋਂ ਕਿਤੇ ਸਤਿਗੁਰੂ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਪ੍ਰਾਪਤ ਕਰਦੇ ਮਾਤਾ ਮਰਵਾਹੀ ਜੀ, ਇਸ ਪ੍ਰਸੰਗ ਕੋ ਦੇਤ ਚਲਾਏ, ਇਸੇ ਪ੍ਰਸੰਗ ਨੂੰ ਚਲਾ ਦਿੰਦੇ ਹਨ ਸਤਿਗੁਰਾਂ ਦੇ ਪਾਸ। ਮਨ ਨਿਰੋਧਹਿ ਥਿਰਤਾ ਪਾਵੈ, ਔਰ ਵਾਰ-ਵਾਰ ਬੇਨਤੀ ਕਰਦੇ ਆ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ, ਮੇਰਾ ਮਨ ਸਥਿਰਤਾ ਨਹੀਂ ਪਾਉਂਦਾ, ਮੇਰਾ ਮਨ ਇਕਾਗਰ ਨਹੀਂ ਹੁੰਦਾ। ਤਜਹਿ ਪੁੱਤਰਾ ਪੋਤਰਾ ਵਡਿਆਵੈ, ਆਪ ਜੀ ਆਪਣੇ ਪੁੱਤਰਾਂ ਨੂੰ ਛੱਡ ਕੇ ਪੋਤਰੇ ਨੂੰ ਵਡਿਆਉਣ ਲੱਗੇ ਹੋ। ਨਿਜ ਬਾਕਨ ਕਹਿ ਦੇਤ ਗੁਰ ਧੀਰਾ, ਪਰ ਫਿਰ ਵੀ ਸਤਿਗੁਰੂ ਆਪਣੇ ਮਿੱਠੇ ਬਚਨ ਕਹਿ ਕਰਕੇ ਗਰੀਬ ਨਵਾਜ ਧੀਰਜ ਦਿੰਦੇ ਆ ਮਾਤਾ ਜੀ ਦੇ ਤਾਈਂ। ਸਕਲ ਵਸਤ ਹੈ ਤੁਮਰੇ ਤੀਰਾ, ਗਰੀਬ ਨਵਾਜ ਕਹਿੰਦੇ ਤੁਹਾਡੇ ਪਾਸ ਕਿਹੜੀ ਵਸਤੂ ਦਾ ਘਟ ਹੈ, ਸਾਰੀਆਂ ਵਸਤੂਆਂ ਸਾਰੇ ਪਦਾਰਥ ਤੁਹਾਡੇ ਪਾਸ ਹੈ। ਦੁਬ ਸੁਤ ਕੋ ਨਾ ਕਮੀ ਕਿਸ ਰੀਤਾ, ਤੇਰੇ ਪੁੱਤਰ ਨੂੰ ਕਦੇ ਵੀ ਕਿਸੇ ਵੀ ਪ੍ਰਕਾਰ ਦੀ ਕੋਈ ਕਮੀ ਨਹੀਂ ਹੋਏਗੀ। ਜੇ ਧਰੋ ਆਪਣੇ ਚੀਤਾ, ਸਾਡੀ ਇਸ ਗੱਲ ਨੂੰ ਪਰਪੱਕ ਕਰਕੇ ਆਪਣੇ ਹਿਰਦੇ ਦੇ ਵਿੱਚ ਦ੍ਰਿੜ ਕਰਕੇ ਧਾਰਨ ਕਰ ਲਵੋ। ਹੋ ਸੁਮਤੀ ਨਹਿ ਸੰਸਾ ਧਰੀਐ, ਹੇ ਸੂਝਵਾਨ ਆਪਣੇ ਹਿਰਦੇ ਦੇ ਵਿੱਚ ਸ਼ੰਕਾ ਨਾ ਕਰ ਕਿਸੇ ਪ੍ਰਕਾਰ ਦਾ। ਗੁਰ ਸਤ ਸਭ ਕੇ ਪੂਜਾ ਵਿਚਾਰੀਆ ਹੈ, ਸਤਿਗੁਰਾਂ ਦੇ ਸਾਰੇ ਸੁਪੁੱਤਰ ਪੂਜਣ ਯੋਗ ਹੈ। ਸਾਰੀ ਸੰਗਤ ਤੇ ਸਤਿਗੁਰਾਂ ਦੇ ਸਾਰੇ ਸੁਪੁੱਤਰਾਂ ਦਾ ਸਤਿਕਾਰ ਕਰੇਗੀ, ਜਿਵੇਂ ਬਾਬਾ ਸ਼੍ਰੀ ਚੰਦ ਦਾ ਹੋਇਆ, ਬਾਬਾ ਲਖਮੀ ਦਾਸ ਦਾ ਹੁੰਦਾ ਰਿਹਾ, ਅੱਜ ਵੀ ਹੋ ਰਿਹਾ ਹੈ। ਬਾਬਾ ਦਾਤੂ ਜੀ, ਬਾਬਾ ਦਾਸੂ ਜੀ ਦਾ ਸਤਿਕਾਰ ਹੋਇਆ। ਗੁਰੂ ਅਮਰਦਾਸ ਸਾਹਿਬ ਜੀ ਦੇ ਗੁਰਤਾ ਗੱਦੀ ਦੇ ਸਿੰਘਾਸਨ ਤੋਂ ਬਿਰਾਜਣ ਤੋਂ ਬਾਅਦ ਵੀ ਸਿੱਖ ਵਡਿਆਉਂਦੇ ਰਹੇ।
ਗੁਰੂ ਸਾਹਿਬਾਨ ਆਪ ਵਡਿਆਈ ਦਿੰਦੇ ਰਹੇ। ਅੱਜ ਵੀ ਹੋ ਰਿਹਾ ਉਹਨਾਂ ਦਾ ਸਨਮਾਨ। ਇਉਂ ਹੀ ਬਾਬਾ ਮੋਹਨ, ਬਾਬਾ ਮੋਹਰੀ ਜੀ ਜਿਹੜੇ ਸੂਝਵਾਨ ਸਿੱਖ ਹੈ, ਅੱਜ ਵੀ ਉਹਨਾਂ ਦਾ ਸਨਮਾਨ ਕਰਦੇ ਹੀ ਹੈ। ਉਹਨਾਂ ਨੂੰ ਗੁਰੂ ਸਾਹਿਬਾਨ ਦੇ ਵਾਂਗੂ ਹੀ ਸਤਿਕਾਰ ਦਿੰਦੇ ਆ, ਗੁਰੂ ਕੇ ਸਾਹਿਬਜ਼ਾਦਿਆਂ ਨੂੰ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਉਂ ਹੀ ਸਾਡੇ ਇਹਨਾਂ ਸੁਪੁੱਤਰਾਂ ਦਾ ਬਾਬਾ ਸੂਰਜਮਲ ਜੀ, ਬਾਬਾ ਅਣੀ ਰਾਏ ਜੀ ਔਰ ਗੁਰੂ ਤੇਗ ਬਹਾਦਰ ਜੀ, ਚਾਹੇ ਬਾਬਾ ਗੁਰਦਿੱਤਾ ਜੀ, ਚਾਹੇ ਬਾਬਾ ਟੱਲ ਰਾਏ ਜੀ, ਗੁਰੂ ਕੇ ਸਾਹਿਬਜ਼ਾਦਿਆਂ ਦਾ ਸਨਮਾਨ ਹੁੰਦਾ ਹੀ ਰਹੇਗਾ। ਸਾਰੀ ਸਿੱਖ ਸੰਗਤ ਪਿਆਰ ਦੇ ਨਾਲ ਸਨਮਾਨ ਦਿੰਦੀ ਰਹੇਗੀ। ਮਾਨਹਿ ਸਿੱਖ ਸੰਗਤ ਸਾਰੇ, ਸਾਰੇ ਸਿੱਖ ਤੇ ਸਾਰੀ ਸੰਗਤ ਮੰਨੂਗੀ ਸਾਡੇ ਸਾਹਿਬਜ਼ਾਦਿਆਂ ਨੂੰ। ਹਰ ਪਹਿਨੇ ਸੁਭਾ ਵਸਤੂ ਉਦਾਰੀ, ਔਰ ਇਹਨਾਂ ਨੂੰ ਪਾਵਨ ਵਸਤੂਆਂ, ਉੱਤਮ ਵਸਤੂਆਂ, ਕੀਮਤੀ ਵਸਤੂਆਂ ਸਾਡੇ ਸਿੱਖ ਹਮੇਸ਼ਾ ਭੇਟਾ ਵਜੋਂ ਚੜਾਉਂਦੇ ਹੀ ਰਹਿਣਗੇ। ਦੋਹਰਾ ਸ੍ਰੀ ਸਤਿਗੁਰ ਜੋਦਾ ਬਲੀ ਬਸ ਭਗਤਨ ਕੀ ਨੀਤਾ। ਇਉਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਸਮਝਾਇਆ ਵਾਰ-ਵਾਰ ਮਾਤਾ ਮਰਵਾਹੀ ਜੀ ਨੂੰ, ਜਿਹੜੇ ਸਤਿਗੁਰੂ ਮਹਾਨ ਯੋਧੇ ਹੈ, ਬਲੀ ਹੈ ਔਰ ਹਮੇਸ਼ਾ ਆਪਣੇ ਭਗਤਾਂ ਦੇ ਵੱਸ ਹੈ। ਇੱਕ ਦਿਨ ਬੈਠੇ ਸਭਾ ਮਹਿ ਦਰਸੈ ਸਿੱਖ ਮੁਦ ਚੀਤਾ। ਇੱਕ ਦਿਨ ਗਰੀਬ ਨਵਾਜ ਸੱਚੇ ਪਾਤਸ਼ਾਹ ਸਭਾ ਦੇ ਵਿੱਚ ਸਥਿਤ ਸੀ, ਸੁਭਾਇਮਾਨ ਸੀ। ਸਾਰੇ ਸਿੱਖ ਬੜੇ ਪ੍ਰਸੰਨ ਹਿਰਦੇ ਨਾਲ ਸਤਿਗੁਰਾਂ ਦੇ ਦਰਸ਼ਨ ਕਰਨ ਲੱਗੇ। ਜੋ ਪਈ ਕਿਨਹੂ ਖਬਰ ਆਏ ਤਬ ਦੀਨ, ਉਸ ਸਮੇਂ ਕਿਸੇ ਨੇ ਆ ਕਰਕੇ ਸਤਿਗੁਰਾਂ ਦੇ ਤਾਈਂ ਖਬਰ ਦਿੱਤੀ ਹੈ। ਗੋਇੰਦਵਾਲ ਬਾਸ ਜਿਨ ਕੀਨ, ਜਿਸ ਕਿਸੇ ਸਿੱਖ ਨੇ ਗੋਇੰਦਵਾਲ ਸਾਹਿਬ ਵਾਸਾ ਕੀਤਾ ਹੋਇਆ ਸੀ। ਭੱਲਿਆਨ ਕੀ ਕੋਲ ਭਗਤ ਵਿਸਾਲਾ, ਜਿਹੜੀ ਭੱਲਿਆਂ ਦੀ ਭਗਤੀ ਵਾਲੇ ਮਹਾਨ ਕੁਲ ਹੈ ਗੁਰੂ ਅਮਰਦਾਸ ਸਾਹਿਬ ਜੀ ਦੇ ਪਵਿੱਤਰ ਅੰਸ਼ ਬੰਸ। ਸਿੱਖੀ ਕੀ ਪ੍ਰਕਾਸ਼ ਸਭ ਕਾਲਾ, ਜਿਹੜੇ ਸਦਾ ਸਿੱਖੀ ਦਾ ਪ੍ਰਚਾਰ ਕਰਨ ਵਾਲੀ, ਸਿੱਖੀ ਦਾ ਫੈਲਾਓ ਕਰਨ ਵਾਲੀ ਰਹੀ ਹਰ ਸਮੇਂ ਹੀ। ਗੁਰ ਅਮਰਦਾਸ ਕੀ ਅੰਸ, ਐਸੀ ਜਿਹੜੀ ਸ਼ੁਭ ਅੰਸ਼ ਹੈ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ। ਸੁਤ ਪਾਤਰੇ ਨਾਤੀ ਬੜ ਬੰਸ, ਉਹਨਾਂ ਦੇ ਵੰਸ਼ ਦੇ ਵਿੱਚ ਜਿਹੜੇ ਉਹਨਾਂ ਦੇ ਪੁੱਤਰ, ਉਹਨਾਂ ਦੇ ਪੋਤਰੇ, ਉਹਨਾਂ ਦੇ ਦੋਤੇ ਹਨ। ਮੋਹਨ ਅਪਰ ਮੋਹਰੀ ਜੀ, ਬਾਬਾ ਮੋਹਨ ਜੀ ਤੇ ਬਾਬਾ ਮੋਹਰੀ ਜੀ ਜਿਹੜੇ ਸੁਪੁੱਤਰ ਸੀ। ਭਾਪਰ ਲੋਕ ਦੇਹ ਤਜ ਸੇ, ਇਹ ਦੋਵੇਂ ਬਾਬਾ ਮੋਹਨ ਜੀ ਤੇ ਬਾਬਾ ਮੋਹਰੀ ਜੀ ਸਤਿਗੁਰਾਂ ਦੇ ਸੁਪੁੱਤਰ ਸਰੀਰ ਸ਼ਾਂਤ ਕਰਕੇ ਛੱਡ ਕਰਕੇ ਸੀਸ ਸੱਚਖੰਡ ਜਾ ਬਰਾਜੇ ਸਨ। ਸੰਤ ਮਨੋਹਰ ਦਾਸ ਵਿਸਾਲਾ, ਉਹਨਾਂ ਤੋਂ ਪਿੱਛੋਂ ਸੰਤ ਮਨੋਹਰ ਦਾਸ ਜੀ ਜਿਹੜੇ ਬੜੀ ਭਾਰੀ ਕਰਨੇ ਵਾਲੇ ਤਤਵ ਤੇ ਮਹਾਤਮਾ ਹੋਏ। ਸੋ ਵੀ ਪਹੁੰਚਤ ਭਾਹਰ ਸ਼ਾਲਾ, ਉਹ ਵੀ ਉਹਨਾਂ ਤੋਂ ਬਾਅਦ ਸੱਚਖੰਡ ਜਾ ਬਰਾਜੇ। ਸੁਨਤੈ ਸ੍ਰੀ ਗੁਰੂ ਹਰਗੋਬਿੰਦ, ਇਹ ਬਚਨ ਸੁਣ ਕਰਕੇ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਇਹ ਬਚਨ ਸੁਣੇ ਕਿ ਬਾਬਾ ਮਨੋਹਰ ਦਾਸ ਜੀ, ਬਾਬਾ ਦਾਤੂ ਜੀ ਦੇ ਅੱਗੇ ਜਿਹੜੇ ਸੁਪੁੱਤਰ ਸਨ, ਪੁੱਤ ਪੋਤਰੇ ਸਨ ਗੁਰੂ ਅਮਰਦਾਸ ਸਾਹਿਬ ਜੀ ਦੇ ਕੁਲ ਵਿੱਚੋਂ, ਕਿ ਉਹ ਵੀ ਸਰੀਰ ਤਿਆਗ ਕੇ ਸੱਚਖੰਡ ਜਾ ਬਰਾਜੇ ਆ। ਹਰਪੁਰ ਜਾਏ ਬਸੇ ਬ੍ਰਿੰਦਾ, ਕਿ ਇਹ ਸਾਰੇ ਸੱਚਖੰਡ ਦਾ ਰਸਤਾ ਅਪਣਾ ਚੁੱਕੇ ਹਨ, ਸਰੀਰ ਤਿਆਗ ਚੁੱਕੇ ਹਨ। ਅਪਰ ਨਰਮ ਸਮ ਸ਼ੋਕ ਕਰਿਓ ਹੈ। ਇਹ ਗੱਲ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਮ ਮਨੁੱਖਾਂ ਦੇ ਵਾਂਗੂ ਦੁੱਖ ਮਨਾਇਆ। ਉਸ ਸਮੇਂ ਕਹਿੰਦੇ ਅਫਸੋਸ ਕੀਤਾ ਬਾਬਾ ਮਨੋਹਰ ਦਾਸ ਜੀ ਦਾ ਸੱਚਖੰਡ ਜਾਣਾ ਸੁਣ ਕਰਕੇ। ਗੁਜਰ ਬਲੋਚਨ ਨੀਰ ਭਰਿਓ ਹੈ। ਸਤਿਗੁਰਾਂ ਨੇ ਆਪਣੇ ਸੁੰਦਰ ਨੇਤਰਾਂ ਦੇ ਵਿੱਚ ਬਾਬਾ ਮਨੋਹਰ ਦਾਸ ਜੀ ਦੇ ਵਿਛੋੜੇ ਦਾ ਕਰਕੇ ਨੇਤਰਾਂ ਦੇ ਵਿੱਚ ਜਲ ਭਰਿਆ। ਗਰੀਬ ਨਵਾਜ ਸੱਚੇ ਪਾਤਸ਼ਾਹ ਦੇ ਹੰਝੂ ਆ ਗਏ ਨੇਤਰਾਂ ਵਿੱਚ। ਬੋਸ਼ਤ ਹੈ ਰੁਮਾਲ ਕੀ ਸਾਥ, ਵਾਰ-ਵਾਰ ਆਪਣੇ ਨੇਤਰਾਂ ਨੂੰ ਕੋਮਲ ਰੁਮਾਲ ਦੇ ਨਾਲ ਪੂੰਝਦੇ ਆ ਸੱਚੇ ਪਾਤਸ਼ਾਹ ਜੀ। ਮਹਿਰ ਦੁਆਰ ਤੇ ਨਿਕਸੇ ਨਾਥ, ਪਰ ਨੇਤਰਾਂ ਦੇ ਵਿੱਚੋਂ ਅਥਰੂ ਇਉਂ ਹੀ ਪਰਲ ਪਰਲ ਵਗੀ ਜਾ ਰਹੇ ਐ। ਇਹ ਕਿਰਿਆ ਕਰਦੇ ਸੱਚੇ ਪਾਤਸ਼ਾਹ ਆਪਣੇ ਦਵਾਰ ਤੋਂ ਬਾਹਰ ਨਿਕਲੇ। ਇਹ ਸੁੱਧ ਸੁਣ ਕੇ ਜਿਵੇਂ ਗੋਇੰਦਵਾਲ ਸਾਹਿਬ ਪਹੁੰਚਣਗੇ, ਅਫਸੋਸ ਕਰਨਗੇ। ਇਹ ਪ੍ਰਸੰਗ ਆਪਾਂ ਕੱਲ੍ਹ ਦੇ ਦੀਵਾਨ ਦੇ ਵਿੱਚ ਸ਼ਰਵਣ ਕਰਾਂਗੇ। ਇੱਥੋਂ ਤੱਕ ਇਤਿਹਾਸ ਵਿਚਾਰਦੇ ਹਾਂ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ਣੀ, ਅੱਗੇ ਤੋਂ ਸ੍ਰੇਸ਼ਟ ਮਤ ਬਖਸ਼ਿਸ਼ ਕਰਕੇ ਨਿਹਾਲ ਕਰਨਾ ਸਮਾਪਤੀ ਹੈ ਜੀ। ਬੋਸ਼ਤ ਹੈ ਰੁਮਾਲ